अपनी इंट्रोडक्शन मैं एक लाइसेंस्ड मॉर्गेज एजेंट लेवल 1 है, हाँ जी। उस तो बाद लेवल 2 भी बनना है। सो दैट्स अ थर्ड स्टेप की बजट बनाइए। मेरे वन टाइम मेरे एक्सपेंसेस की है ये और ਮੰਥਲੀ एक्सपेंसेस की है ये। What do you mean by ਕਿ ਜਦੋਂ ਤੁਸੀਂ ਕਹਿੰਦੇ ਮਾਈਂਡਸੈਟ? ਕਿ ਤੁਸੀਂ ਮੌਰਗੇਜ ਇੰਡਸਟਰੀ ਜਿਹੜੇ ਆ ਰਹੇ ਆ, ਤੁਸੀਂ ਪਾਰਟ ਟਾਈਮ ਇਨਕਮ ਵਾਸਤੇ ਆ ਰਹੇ ਕਿ ਤੁਸੀਂ ਫੁੱਲ ਟਾਈਮ ਵਿੱਚ ਕੰਮ ਕਰ। Why do I need a coach? ਕੋਚ ਦਾ ਕੰਮ ਹੁੰਦਾ ਕਿ ਜਿਹੜਾ ਤੁਹਾਡਾ ਫੋਕਸ ਹੈ ਨਾ ਉਹਨੂੰ ਅਲਾਈਨ ਕਰਨਾ ਜੀ। ਤਾਂ ਕਿ ਤੁਹਾਡਾ ਜਿਹੜਾ ਪਾਥ ਆਫ ਸਕਸੈਸ ਉਹ ਈਜ਼ੀ ਹੋ ਜਾਏ। ਜਦੋਂ ਤੁਸੀਂ ਮੌਰਗੇਜ ਦੇ ਬਿਜ਼ਨਸ 'ਚ ਆਉਣਾ ਆ, ਲਾਈਫ ਚੇਂਜਸ ਹੋਣੀ ਤੁਹਾਡੀ। ਯੂ ਆਰ ਨਾਟ 9 to 5 ਐਨੀਮੋਰ। ਤੁਹਾਨੂੰ ਕਸਟਮਰ ਦੀ ਕਾਲ ਸਵੇਰੇ 9 ਵਜੇ ਵੀ ਆ ਸਕਦੀ ਹੈ, ਸ਼ਾਮ ਨੂੰ 6 ਵਜੇ ਵੀ ਆ ਸਕਦੀ ਹੈ। ਯੂ ਹੈਵ ਟੂ ਬੀ ਪ੍ਰੈਜ਼ੈਂਟ ਜੀ। ਟੂ ਗਿਵ ਯੂਰ ਐਕਸਪਰਟ ਐਡਵਾਈਸ। ਸਤਿ ਸ਼੍ਰੀ ਅਕਾਲ, ਆਦਾਬ, ਨਮਸਤੇ, ਹੈਲੋ ਟੂ एवरीवन। ਅਸੀਂ ਅੱਜ ਦੁਬਾਰਾ ਇੱਕ ਹੋਰ ਐਪੀਸੋਡ ਲੈ ਕੇ ਆਏ ਹਾਂ ਲਾਈਫ ਐਂਡ ਲੋਨਸ ਦਾ, ਜਿਹਦੇ ਵਿੱਚ ਅਸੀਂ ਗੱਲ ਕਰਾਂਗੇ ਜਦੋਂ ਤੁਸੀਂ ਮੌਰਗੇਜ ਏਜੰਟ ਬਣਨ ਦਾ ਸੋਚਿਆ, ਉਹ ਤੋਂ ਬਾਅਦ ਤੁਹਾਨੂੰ ਕਿਸ ਚੀਜ਼ ਦੀ ਲੋੜ ਹੈ। ਇਹਨੂੰ ਕਹਿੰਦੇ ਆਪਾਂ ਜਿੱਦਾਂ ਪ੍ਰੈਪਰੇਸ਼ਨ ਕਰਨੀ ਹੈ ਮੌਰਗੇਜ ਏਜੰਟ ਬਣਨ ਤੋਂ ਪਹਿਲਾਂ। ਸੋ ਬਿਫੋਰ ਫਰਦਰ ਡਿਊ, ਲੈਟਸ ਜਸਟ ਇਨਵਾਈਟ ਆਰ ਮੇਨ ਪਰਸਨ ਮਿਸਟਰ ਵਿਕਾਸ ਸ਼ਰਮਾ ਟੂ ਹਿਜ਼ ਓਨ ਪੋਡਕਾਸਟ। ਹੈਲੋ ਵਿਕਾਸ ਜੀ। ਹੈਲੋ ਸੈਂਡੀ, ਵੈਲਕਮ ਅਗੇਨ। you for introducing again जी। मैं विकास शर्मा, मॉर्गेज कोच। नमस्ते, सत श्री अकाल, आदाब, हेलो टू एवरीवन। और ਅੱਜ ਜਿਹੜਾ ਸਬਜੈਕਟ ਜਿਹੜਾ ਲੈ ਕੇ ਆਏ ਆ, ਤੁਸੀਂ ਬੜਾ ਵਧੀਆ ਕੁਐਸਚਨ ਪੁੱਛਿਆ ਕਿ ਮੈਂ ਸੋਚਿਆ ਕਿ ਅੱਜ ਮੌਰਗੇਜ ਏਜੰਟ ਬਣ ਜਾਂਦੇ। ਠੀਕ ਹੈ ਹਾਂਜੀ, ਹੁਣ ਤੁਹਾਡੇ ਨਾਲ ਮੈਂ ਗੱਲ ਕਰਦੀ ਹਾਂ। ਸੋ ਆਪਾਂ ਸ਼ੁਰੂ ਕਰਦੇ ਹਾਂ ਕਿ ਚਲੋ ਮੈਂ ਸੋਚਦੀ ਹਾਂ ਕਿ ਮੈਂ ਮੌਰਗੇਜ ਏਜੰਟ ਬਣਨਾ ਹੈ। ਜੀ ਜੀ। ਮੈਂ ਅੱਜ ਸੋਚ ਲਿਆ ਕਿ ਮੈਂ ਮੌਰਗੇਜ ਏਜੰਟ ਬਣਨਾ ਹੈ। ਠੀਕ ਹੈ, ਇਹਦਾ ਮਤਲਬ ਹੈ ਕਿ ਮੈਂ ਲਾਇਸੈਂਸ ਲੈ ਲਾਂ ਅਤੇ ਫਰਮ ਜੁਆਇਨ ਕਰ ਲਾਂ, ਜਾਂ ਕੁਛ ਤੁਹਾਨੂੰ ਇੰਨੇ ਸਾਲ ਦਾ ਐਕਸਪੀਰੀਅੰਸ ਹੈ ਅਤੇ ਮੈਂ ਤੁਹਾਡੇ ਤੋਂ ਜਾਣਨਾ ਚਾਹਾਂਗੀ ਕਿ ਤੁਸੀਂ ਕੀ ਸੁਜੈਸਟ ਕਰਦੇ ਹੋ। ਜੀ ਦੇਖੋ, ਗੱਲ ਇੱਦਾਂ ਆ, ਇੱਕ ਛੋਟਾ ਜਿਹਾ ਐਗਜ਼ਾਮਪਲ ਦਿੰਦਾ। ਹੁਣ ਜੇ ਆਪਾਂ ਭਲਵਾਨ ਬਣਨਾ, ਪਹਿਲਾਂ ਕੀ ਕਰਨਾ, ਆਪਾਂ ਨੂੰ ਤਕੜੇ ਹੋਣਾ ਪੈਣਾ, ਕੁਛ ਚੰਗੀ ਖੁਰਾਕ ਖਾਣੀ ਪੈਣੀ ਹੈ। ਉਹ 'ਚ ਖੁਰਾਕ ਖਾ ਕੇ ਆਪਾਂ ਆਪਣੇ ਆਪ ਨੂੰ, ਆਪਣੀ ਬੋਡੀ ਨੂੰ ਪ੍ਰਪੇਅਰ ਕਰਨਾ ਪੈਣਾ। ਜਾਂ ਤੁਸੀਂ 100 ਮੀਟਰਸ ਦੌੜਨੀ ਹੈ, ਫਿਰ ਤੁਹਾਨੂੰ ਐਥਲੀਟ ਬਣਨਾ ਪੈਣਾ। ਜੀ। ਭਲਵਾਨ ਨੂੰ ਅਸੀਂ 100 ਮੀਟਰ ਦੀ ਦੌੜ ਨਹੀਂ ਦਵਾ ਸਕਦੇ, ਔਰ 100 ਮੀਟਰ ਦੌੜਨ ਵਾਲੇ ਨੂੰ ਅਸੀਂ ਭਲਵਾਨ ਨਹੀਂ ਬਣਵਾ ਸਕਦੇ। ਜੀ। ਸੋ ਇੱਕ ਤਾਂ ਇਹ ਬੜਾ ਫਰਕ ਆ ਕਿਸੇ ਵੀ ਚੀਜ਼ ਦੇ ਵਿੱਚ। ਆਪਾਂ ਜਦੋਂ ਮੌਰਗੇਜ ਏਜੰਟ ਜਦੋਂ ਬਣਨਾ ਆ, ਉਸ ਤੋਂ ਪਹਿਲਾਂ ਅਸੀਂ ਇਹ ਸੋਚਣਾ ਆ ਕਿ ਮੈਂ ਕਿਉਂ ਬਣਨਾ। ਇੱਕ ਉਹ ਵਿਚਾਰ ਆਉਂਦਾ ਹੈ ਜੀ, ਅਸੀਂ ਅਰਨਿੰਗ ਕਰਨੀ ਹੈ, ਪੈਸੇ ਬਣਾਉਣੇ, ਬਹੁਤ ਵਧੀਆ ਜੀ। ਡੈਫੀਨੇਟਲੀ ਬਿਜ਼ਨਸ ਕਿਉਂ ਕਰਦੇ ਹਾਂ ਅਸੀਂ ਇਹ ਸਰਵਿਸ ਇੰਡਸਟਰੀ, ਇਹ ਸਰਵਿਸ ਪ੍ਰੋਵਾਈਡ ਕਰੀਏ ਔਰ ਨਾਲ ਅਸੀਂ ਅਰਨਿੰਗ ਵੀ ਕਰੀਏ, ਬਹੁਤ ਵਧੀਆ ਪਲਾਨ ਹੈ। ਲੇਕਿਨ ਏਜੰਟ ਬਣਨ ਤੋਂ ਪਹਿਲਾਂ ਬਹੁਤ ਸਾਰੀ ਪ੍ਰੀਪਰੇਸ਼ਨਸ ਹੈ, ਜੋ ਕੁਐਸਚਨ ਸਾਨੂੰ ਆਪਣੇ ਆਪ ਨੂੰ ਪੁੱਛਿਆ ਗਿਆ ਹੈ ਐਸ ਇੰਡਸਟਰੀ 'ਚ ਆਉਣ ਤੋਂ ਪਹਿਲਾਂ। ਸੋ ਅੱਜ ਆਪਾਂ 5 ਪੁਆਇੰਟਸ ਦੇ ਉੱਤੇ ਗੱਲ ਕਰਾਂਗੇ। ਓਕੇ ਜੀ। ਇੱਕ ਪੁਆਇੰਟ ਤਾਂ ਮੈਂ ਗੱਲ ਇਹ ਕਰੂੰਗਾ ਕਿ ਆਪਣੀ ਇੰਟਰੋਡਕਸ਼ਨ, ਮੈਂ ਇੱਕ ਲਾਇਸੈਂਸਡ ਮੌਰਗੇਜ ਏਜੰਟ ਲੈਵਲ 1 ਹੈ, ਕਿਉਂਕਿ ਲੈਵਲ 1 ਬਣਨਾ ਹੈ, ਹਾਂਜੀ, ਉਸ ਤੋਂ ਬਾਅਦ ਲੈਵਲ 2 ਵੀ ਬਣਨਾ ਹੈ। ਠੀਕ ਹੈ। ਸੋ ਹੂ ਆਈ ਐਮ। ਓਕੇ। ਸੈਕਿੰਡ, ਜਦੋਂ ਮੈਂ ਜਾਣ ਲਿਆ ਕਿ ਦਿਸ ਇਜ਼ ਦ ਮੌਰਗੇਜ ਏਜੰਟ ਡੈਫੀਨੇਸ਼ਨ, ਉਸ ਤੋਂ ਬਾਅਦ ਮੈਂ ਆਪਣੇ ਆਪ ਨੂੰ ਪ੍ਰਪੇਅਰ ਕਿੱਦਾਂ ਕਰਨਾ ਉਸ ਬਿਜ਼ਨਸ ਵਾਸਤੇ। ਜੀ। ਮੈਂਟਲੀ, ਮਾਈਂਡਸੈਟ। ਤੀਸਰਾ ਜਿਹੜਾ ਸਟੈਪ ਹੈਗਾ ਆ, ਮੇਰਾ ਕੋਸਟ ਕੀ ਹੋਣੀ ਹੈ ਇਸ ਬਿਜ਼ਨਸ ਨੂੰ ਰਨ ਕਰਨ ਲਈ। ਓਕੇ। ਡਜ਼ ਦੈਟ ਇਨਕਲੂਡ ਜਿੱਦਾਂ ਆਪਾਂ ਲਾਇਸੈਂਸ ਦੀ ਕਾਸਟਿੰਗ ਵਗੈਰਾ ਬਾਰੇ ਗੱਲ ਕਰਨ ਚੱਲ ਰਹੇ ਹਾਂ ਕਿ ਹੋਰ ਵੀ ਕੋਈ ਕਾਸਟ? ਦੇਖੋ, ਕੋਈ ਵੀ ਬਿਜ਼ਨਸ ਅਸੀਂ ਰਨ ਕਰਨਾ ਹੈ, ਹਰ ਬਿਜ਼ਨਸ 'ਚ ਕੰਪੀਟੀਸ਼ਨ ਹੈ। ਠੀਕ ਹੈ ਜੀ। ਔਰ ਉਸ ਕੰਪੀਟੀਸ਼ਨ ਦੇ ਵਿੱਚ ਅਸੀਂ ਉਹਨੂੰ ਵਿਨ ਕਰਨ ਲਈ ਅਸੀਂ ਆਪਣੇ ਆਪ ਨੂੰ ਪ੍ਰੈਜ਼ੈਂਟ ਕਿੱਦਾਂ ਕਰਦੇ ਮਾਰਕੀਟ ਦੇ ਵਿੱਚ। ਠੀਕ ਹੈ ਜੀ। ਔਰ ਉਹਦੇ ਵਿੱਚ ਕੀ ਹੈਗਾ ਕਿ ਇਹ ਲਾਇਸੈਂਸ ਲੈਣ ਤੋਂ ਪਹਿਲਾਂ ਦੀ ਗੱਲ ਕਰ ਰਿਹਾ ਨਾ ਸਾਰੀ। ਠੀਕ ਹੈ। ਸੋ ਦੈਟਸ ਅ ਥਰਡ ਸਟੈਪ ਕਿ ਬਜਟ ਬਣਾਈਏ। ਠੀਕ ਹੈ ਜੀ। ਕਿ ਮੇਰੇ ਵਨ ਟਾਈਮ ਮੇਰੇ ਐਕਸਪੈਂਸਿਸ ਕੀ ਹੈਗੇ ਆ ਔਰ ਮੰਥਲੀ ਐਕਸਪੈਂਸਿਸ ਕੀ ਹੈਗੇ ਆ। ਠੀਕ ਹੈ ਜੀ। ਜਦੋਂ ਇਹ ਪ੍ਰਿਪਰੇਸ਼ਨ ਹੋ ਜਾਂਦੀ ਹੈ, ਚੌਥਾ ਸਟੈਪ ਜਿਹੜਾ ਆਉਂਦਾ ਉਹ ਹੁੰਦਾ ਹੈ ਕਿ ਫਾਈਂਡਿੰਗ ਅ ਰਾਈਟ ਕੋਚ। ਬ੍ਰੋਕਰੇਜਸ ਦਾ ਇੱਥੇ ਹੰਡਰਡਸ ਆਫ ਹੈਗੀਆਂ ਆ। ਦੈਟਸ ਟਰੂ। ਅੰਡਰ ਵਨ ਅੰਬਰੇਲਾ ਹੰਡਰਡਸ ਆਫ ਬ੍ਰੋਕਰੇਜਸ ਹੈਗੀਆਂ, ਬਟ ਕਿਹੜੀ ਬ੍ਰੋਕਰੇਜਸ ਦੇ ਵਿੱਚ ਕਿਹੜਾ ਪ੍ਰਿੰਸੀਪਲ ਬ੍ਰੋਕਰ ਜਾਂ ਜੋ ਤੁਹਾਨੂੰ ਕੋਚ ਕਰ ਸਕਦਾ ਹੈ। ਸੋ
4th ਸਟੈਪ ਹੋਊਗਾ। ਜੀ 5th ਸਟੈਪ ਜਿਹੜਾ ਹੈਗਾ ਆ, ਜਦੋਂ ਤੁਸੀਂ ਮੋਰਗੇਜ ਦੇ ਬਿਜ਼ਨਸ 'ਚ ਆਉਣਾ ਆ, ਲਾਈਫ ਚੇਂਜਸ ਹੋਣੀ ਤੁਹਾਡੀ, ਦੇਰ ਸਮ ਲਾਈਫ ਚੇਂਜਸ ਹੈਪਨ। ਉਹਦੇ ਵਿੱਚ ਕੀ ਹੈਗਾ ਕਿ ਇੱਕ ਟਾਈਮਿੰਗ, ਯੂ ਆਰ ਨਾਟ 9 to 5 ਐਨੀਮੋਰ। ਤੁਹਾਨੂੰ ਕਸਟਮਰ ਦੀ ਕਾਲ ਸਵੇਰੇ 9 ਵਜੇ ਵੀ ਆ ਸਕਦੀ ਹੈ, ਸ਼ਾਮ ਨੂੰ 6 ਵਜੇ ਵੀ ਆ ਸਕਦੀ ਹੈ, ਔਰ ਰਾਤ ਨੂੰ 8 ਵਜੇ ਵੀ ਆ ਸਕਦੀ ਹੈ। ਅਗਰ ਕੋਈ ਆਫਰ ਜਿਹੜੀ ਹੈ ਬੈਕ ਐਂਡ ਫੋਰਥ ਚੱਲ ਰਹੀ ਹੈ ਕਿਸੇ ਰੀਅਲ ਸਟੇਟ ਏਜੰਟ ਦੇ ਨਾਲ, ਯੂ ਹੈਵ ਟੂ ਬੀ ਪ੍ਰੈਜ਼ੈਂਟ ਜੀ ਟੂ ਗਿਵ ਯੂਰ ਐਕਸਪਰਟ ਐਡਵਾਈਸ। ਸੋ ਉਹਨੂੰ ਬੈਲੈਂਸ ਕਿੱਦਾਂ ਕਰਨਾ ਹੈ? ਜੀ ਸੋ ਲਾਇਸੈਂਸ ਲੈਣ ਤੋਂ ਪਹਿਲਾਂ ਵੀ ਹੈਵ ਟੂ ਪ੍ਰਪੇਅਰ ਵਿਦ Right. ਆਲ ਥੀਸ ਟੂਲਸ। ਮੈਂਟਲੀ ਪ੍ਰਪੇਅਰ ਹੋਣਾ ਹੈ ਆਪਾਂ ਨੂੰ। ਉਸ ਤੋਂ ਬਾਅਦ ਅਸੀਂ ਇਹਦੇ ਵਿੱਚ ਜੰਪ ਕਰਨਾ ਹੈ। ਯੂ ਵਿਲ ਸੀ ਯੂਰ ਸਕਸੈਸ ਵਿਲ ਬੀ ਵੇ ਫਾਸਟਰ ਜੀ। ਵਨ ਯੂ ਪ੍ਰਪੇਅਰਡ। ਸੋ ਹੁਣ ਤੁਸੀਂ ਮੈਨੂੰ ਕਿਹਾ ਕਿ ਆਪਣੇ ਜਿੱਦਾਂ 5 ਸਟੈਪ ਹੈਗੇ ਆ। ਫਰਸਟ ਸਟੈਪ ਤੁਸੀਂ ਕਹਿ ਰਹੇ ਹੋ ਕਿ who you are। ਸੋ ਉਹਦੇ ਵਿੱਚ ਥੋੜਾ ਚਾਨਣਾ ਪਾਉਂਗੇ ਕਿ who I am, how do I think। ਚਲੋ ਹੁਣ ਮੈਂ ਸੋਚਿਆ ਕਿ ਮੈਂ ਮੋਰਗੇਜ ਏਜੰਟ ਬਣਨਾ, ਪਰ ਜਦ ਤੁਸੀਂ ਕਹਿ ਰਹੇ ਹੋ ਕਿ ਫਰਸਟ ਸਟੈਪ ਦੇ ਵਿੱਚ ਸੋਚਣਾ ਹੈ ਕਿ who you are, how do you present yourself, is that the step? Can you please explain it to me? Explain, ਹਾਂਜੀ। shows you as who I am. I am a licensed mortgage agent, level 1 or level 1 and 2. ਜੀ So that is my target after level 1, level 2. So ਮੇਰੇ responsibilities ਕੀ ਹੈਗੀਆਂ? First of all, as a license ਤੁਹਾਨੂੰ ਇੰਨੀ ਪਾਵਰ ਦਿੰਦਾ ਆ ਕਿ ਤੁਸੀਂ authorized ਹੈ ਕਸਟਮਰ ਦੀ ਪਰਸਨਲ ਇਨਫੋਰਮੇਸ਼ਨ ਲੈਣ ਲਈ, ਯੈਸ including date of birth, including social insurance number, income ਦੇ documents, ਇਹ down ਗੱਲ payment ਦੇ documents. ਇਹ ਮੈਂ ਸੁਣੀ ਹੈ ਗੱਲ ਕਿ ਸਾਰਾ A to Z ਹੈ ਜਿਹੜੀ ਤੁਹਾਨੂੰ ਮੋਰਗੇਜ ਏਜੰਟ ਦੇ ਸਾਹਮਣੇ, ਜਿੱਦਾਂ ਆਪਾਂ ਡਾਕਟਰ ਦੇ ਸਾਹਮਣੇ ਆਪਣੀ ਬਿਮਾਰੀ ਰੱਖਦੇ ਆ ਨਾ, ਜੀ ਮੋਰਗੇਜ ਏਜੰਟ ਦੇ ਸਾਹਮਣੇ ਤੁਹਾਨੂੰ ਆਪਣੇ ਸਾਰੇ ਫਾਈਨੈਂਸ਼ੀਅਲ ਸਿੱਖਣੇ ਪੈਂਦੇ ਆ। ਸੋ ਪਹਿਲੀ ਚੀਜ਼ ਤਾਂ ਅਸੀਂ ਇਹ ਸਿੱਖਣੀ ਆ ਕਿ ਅਸੀਂ ਕਸਟਮਰ ਦੀ ਪ੍ਰਾਈਵੇਸੀ ਆਪਣੇ ਤੱਕ ਹੀ ਸੀਮਿਤ ਕਿੱਦਾਂ ਰੱਖਣੀ। ਹਾਂਜੀ ਇੱਕ ਟ੍ਰੈਂਡ ਜਿਹਾ ਚੱਲਿਆ ਹੋਇਆ ਮਾਰਕੀਟ 'ਚ, ਮੈਂ ਦੇਖਿਆ ਆ ਅੱਛਾ ਕਿ ਇਨਫੋਰਮੇਸ਼ਨ ਜਿਹੜੀ ਹੈ ਨਾ ਉਹ ਸ਼ੇਅਰ ਹੋ ਰਹੀ ਹੈ ਵਿਦਾਊਟ ਕਸਟਮਰਸ ਆਥੋਰਾਈਜੇਸ਼ਨ। ਓਕੇ ਸੋ ਦੈਟ ਇਜ਼ ਨਾਟ ਰਾਈਟ ਫॉर द ਇੰਡਸਟਰੀ। ਔਰ ਹੁੰਦਾ ਕੀ ਹੈ ਕਿ ਨਵੇਂ ਏਜੰਟਸ ਨੂੰ ਕਈ ਵਾਰ ਪਤਾ ਹੀ ਨਹੀਂ ਹੁੰਦਾ ਇਸ ਚੀਜ਼ ਦਾ ਕਿ ਕਿੰਨਾ ਕ੍ਰੂਸ਼ਲ ਇਹ ਆਫੈਂਸ ਹੈਗਾ ਆ ਕਿ ਕੌਨਫੀਡੈਂਸ ਤੁਸੀਂ ਅਗਰ ਕਿਸੇ ਦੀ ਵੀ ਪਰਸਨਲ ਇਨਫੋਰਮੇਸ਼ਨ ਵਿਦਾਊਟ ਕਸਟਮਰ ਦੀ ਆਥੋਰਾਈਜੇਸ਼ਨ ਦੇ ਉਹਨੂੰ ਕਿਸੇ ਵੀ ਥਰਡ ਪਾਰਟੀ ਨਾਲ ਸ਼ੇਅਰ ਕਰ ਦੇਂ। ਵਾਓ ਓਕੇ ਸੈਕੰਡ ਚੀਜ਼ ਤੁਹਾਡੀ ਇੱਕ ਇਹ ਰਿਸਪੌਂਸਿਬਿਲਿਟੀ ਸਾਈਡ ਹੈਗੀ ਆ। ਹਾਂਜੀ ਸੈਕੰਡ ਚੀਜ਼ ਅਸੀਂ ਲਰਨ ਕਰਨਾ ਆ ਕਿ ਕਸਟਮਰ ਦੀ ਫਾਈਨੈਂਸ਼ੀਅਲ ਨੀਡਸ ਨੂੰ ਐਨਾਲਾਈਜ਼ ਕਰਕੇ ਉਹਨੂੰ ਰਾਈਟ ਐਡਵਾਈਸ ਕਿੱਦਾਂ ਦੇਣੀ ਹੈ, ਉਹ ਚੀਜ਼ ਅਸੀਂ ਸਿੱਖਣੀ ਹੈ। ਜੀ ਅਸੀਂ ਬੈਸਟ ਰੇਟ ਤਾਂ ਚਲੋ ਸਿੱਖਣਾ ਹੀ ਸਿੱਖਣਾ ਹੈ ਨਾ, ਕਿ ਕਿੱਦਾਂ ਕਿੱਥੋਂ ਮਿਲਦਾ ਆ, ਕਿਹਦੀ ਕੀ ਪਾਲਿਸੀ ਹੈ ਲੈਂਡਰ ਦੀ। ਲੇਕਿਨ ਫਸਟ ਆਫ ਆਲ ਅਸੀਂ ਪ੍ਰਪੇਅਰ ਕਰਨਾ ਆਪਣੇ ਆਪ ਨੂੰ, ਜੀ ਰਿਸਪੌਂਸਿਬਿਲਿਟੀਜ਼, ਕਿਉਂਕਿ ਇਸ ਚੀਜ਼ ਦੇ ਨਾਲ ਹੀ ਸਾਡੀ ਰੈਪੂਟੇਸ਼ਨ ਬਣਨੀ ਹੈ ਬੇਸਿਕਲੀ। ਜੀ ਜਿੱਦਾਂ ਹੁਣ ਤੁਸੀਂ ਮੈਨੂੰ ਕਿਹਾ ਹੈ ਕਿ ਇੱਕ ਜਿੱਦਾਂ ਟ੍ਰੈਂਡ ਚੱਲਦਾ ਪਿਆ ਮਾਰਕੀਟ ਦੇ ਵਿੱਚ ਕਿ ਇੱਦਾਂ ਐਕਸਚੇਂਜ ਹੋ ਰਹੀ ਹੈ ਪਰਸਨਲ ਇਨਫੋਰਮੇਸ਼ਨ, ਤੇ ਜਿੱਦਾਂ ਹੁਣ ਜਦੋਂ ਲਾਇਸੈਂਸ ਲੈਂਦੇ ਆ ਉਹਦੇ ਵਿੱਚ ਇਹ ਦੱਸਿਆ ਨਹੀਂ ਜਾਂਦਾ ਕਿ ਤੁਸੀਂ ਇੱਦਾਂ ਇਨਫੋਰਮੇਸ਼ਨ ਸ਼ੇਅਰ ਨਹੀਂ ਕਰ ਸਕਦੇ। ਬਿਲਕੁਲ ਦੱਸਿਆ ਜਾਂਦਾ ਹੈ ਕਿ ਤੁਹਾਡਾ ਸੁਭਾਅ ਇਦਾਂ ਦਾ ਹੈਗਾ ਹੈ। ਅੱਛਾ ਤਾਂ ਤੁਸੀਂ ਕਹਿ ਰਹੇ ਕਿ ਆਪਣੇ ਸੁਭਾਅ ਨੂੰ ਕੰਟਰੋਲ ਕਰਨਾ। ਡੈਫੀਨੇਟਲੀ, ਅੱਛਾ ਠੀਕ ਕਿਉਂਕਿ ਜਦੋਂ ਦੋ ਚੀਜ਼ਾਂ ਅਲਾਈਨ ਹੁੰਦੀਆਂ ਆ ਹਾਂਜੀ ਤਾਂ ਡੈਫੀਨੇਟਲੀ ਸਕਸੈਸ ਹੋਣੀ ਹੈ। ਯੈਸ ਸੋ ਹੈਬਿਟਸ ਚੇਂਜ ਕਰਨੀ ਹੈਬਿਟਸ ਡੈਫੀਨੇਟਲੀ ਚੇਂਜ ਕਰਨੀਆਂ ਪੈਣੀਆਂ ਹੈ। ਹਾਂਜੀ। ਅਗਰ ਕੋਈ ਸਾਡੇ ਕੋਲ ਡੀਲ ਆਈ ਅਸੀਂ ਨਹੀਂ ਕਰ ਸਕਦੇ, ਅਸੀਂ ਰਾਈਟ ਵੇ ਆਪਣੇ ਜਿਹੜੇ ਫਰੈਂਡ ਸਰਕਲ ਦੇ ਲੋਕ ਆ, ਮੈਂ ਦੇਖਿਆ ਮੋਰਗੇਜ ਏਜੰਟ, ਉਹਨਾਂ ਨਾਲ ਸ਼ੇਅਰ ਕਰਨ ਲੱਗ ਜਾਂਦੇ ਇਨਫੋਰਮੇਸ਼ਨਸ। ਜੀ ਠੀਕ ਹੈ। ਸੋ ਔਰ ਆਈ ਥਿੰਕ ਅਲੋਟ ਕਈ ਲੋਕਾਂ ਨੂੰ ਜਿੱਦਾਂ ਸੀਗੇ ਪਤਾ ਹੀ ਨਹੀਂ ਹੈ। ਬਿਲਕੁਲ ਸੋ ਇਹ ਚੀਜ਼ ਦੀ ਜਾਣਕਾਰੀ ਹੋਣੀ ਬਹੁਤ ਜ਼ਿਆਦਾ ਬਿਲਕੁਲ। ਠੀਕ ਹੈ ਜੀ। ਹੁਣ ਸੈਕੰਡ ਚੀਜ਼ ਹੈਗੀ ਆ ਰਿਸਪੌਂਸਿਬਿਲਿਟੀਜ਼ ਦੀ ਗੱਲ ਕਰ ਰਹੇ ਹਾਂ ਨਾ ਬੇਸਿਕਲੀ, ਹਾਂਜੀ ਕੀ ਸਾਡੀ ਰਿਸਪੌਂਸਿਬਿਲਿਟੀਜ਼ ਹੈਗੀਆਂ ਉਹਦੇ ਵਿੱਚ, ਰਾਈਟ। ਠੀਕ ਹੈ ਜੀ। ਔਰ ਕਿਉਂਕਿ personal information is very crucial for anyone, ਜੀ ਜੀ ਯੈਸ or by law ਵੀ ਕੈਨ ਸ਼ੇਅਰ। it is against that, right? It is against the regulators. So ਇਹ ਚੀਜ਼ਾਂ ਸਾਨੂੰ ਆਪਣੀ ਲਾਈਫ 'ਚ ਢਾਲਣੀਆਂ ਪੈਣੀਆਂ। ਜੀ ਰੀਜ਼ਨ ਕੀ ਹੁੰਦਾ ਆ, ਮੈਂ ਕਿਉਂ ਕਹਿ ਰਿਹਾ ਕਿ ਕਈ ਵਾਰ ਮੇਰੇ ਕੋਲ ਕਸਟਮਰ ਆਉਂਦੇ ਆ ਔਰ ਮੈਂ ਉਹਨਾਂ ਦਾ ਸੋਲੂਸ਼ਨ ਫਾਈਂਡ ਕਰਨ ਦੀ ਕੋਸ਼ਿਸ਼ ਕਰੀਦੀ ਹੈ। ਔਰ ਕਈ ਵਾਰ ਹੁੰਦਾ ਇਹ ਹੈ ਕਿ ਜਦੋਂ ਕਸਟਮਰ ਦੀ ਆਥੋਰਾਈਜੇਸ਼ਨ ਅਸੀਂ ਲੈ ਲੈਂਦੇ ਹਾਂ
ਅਸੀਂ ਆਪਣੀ KYC ਨੋ ਯੋਰ ਕਸਟਮਰ ਇਜ਼ ਵੈਰੀ ਇੰਪੋਰਟੈਂਟ ਹੈ। ਉਸ ਤੋਂ ਬਾਅਦ ਉਹਦੀ ਆਥੋਰਾਈਜੇਸ਼ਨ ਲੈ ਕੇ ਅਸੀਂ ਕਿਸੇ ਲੈਂਡਰ ਤੇ ਉਹਦੇ ਕਸਟਮਰ ਦੇ ਬਿਹਾਫ ਤੇ ਗੱਲ ਕਰਦੇ ਹਾਂ। ਲੈਂਡਰ ਕਹਿੰਦਾ ਜੀ ਮੇਰੇ ਕੋਲ ਤਾਂ ਆਲਰੇਡੀ ਫਾਈਲ ਆਈ ਹੋਈ ਹੈ। ਅੱਛਾ ਜੀ। ਫਿਰ ਅਸੀਂ ਪੁੱਛੀਦਾ ਜੀ ਅਸੀਂ ਫਿਰ ਕਸਟਮਰ ਨੂੰ ਪੁੱਛੀਦਾ ਹਾਂਜੀ। ਕਿ ਤੁਸੀਂ ਅਪਲਾਈ ਕੀਤਾ ਸੀਗਾ ਕਿਤੇ? ਉਹ ਕਹਿੰਦਾ ਨਹੀਂ ਅਪਲਾਈ ਨਹੀਂ, ਕਿਸੇ ਨਾਲ ਗੱਲ ਹੀ ਕੀਤੀ ਸੀ ਜੀ। ਕੀ ਤੁਸੀਂ ਸਾਈਨ ਕੀਤੇ ਜਾਂ ਆਥੋਰਾਈਜ਼ ਕੀਤਾ ਕਿਸੇ ਨੂੰ ਕਿ ਮੇਰਾ ਕ੍ਰੈਡਿਟ ਚੈੱਕ ਕਰਕੇ ਕਿਸੇ ਨੇ ਸ਼ੇਅਰ ਕਰੋ? ਕਸਟਮਰ ਨੂੰ ਖੁਦ ਪਤਾ ਨਹੀਂ ਹੁੰਦਾ। ਓਕੇ। ਸੋ ਅਸੀਂ ਤਾਂ ਰੋਜ਼ ਡੀਲ ਕਰਦੇ ਹਾਂ ਨਾ। ਇਹ ਟ੍ਰੈਂਡ ਹੌਲੀ ਹੌਲੀ ਆਦਤ ਜਿਹੜੀ ਉਹ ਵਿਗੜ ਜਾਂਦੀ ਹੈ। ਔਰ ਉਹ ਇਹ ਜਿਹੜੀ ਆਦਤ ਆ ਉਹ ਇੰਡਸਟਰੀ ਲਈ ਅੱਛੀ ਆਦਤ ਹੈ। ਸਾਨੂੰ ਹਮੇਸ਼ਾ ਦੇਖੋ ਸੋਲੂਸ਼ਨ ਤਾਂ ਅਸੀਂ ਫਾਈਂਡ ਕਰਨਾ ਹੀ ਹੈ ਨਾ। ਕਸਟਮਰ ਦੀ ਆਥੋਰਾਈਜੇਸ਼ਨ ਲੈ ਲਓ। ਆਈ ਐਮ ਸ਼ੇਅਰਿੰਗ ਦਿਸ ਇਨਫੋਰਮੇਸ਼ਨ co-broking this deal to with someone else। ਬੜਾ ਸਿੰਪਲ ਗੱਲ ਹੈ ਉਹਦੇ ਵਿੱਚ। ਉਹ ਇੱਕ ਡਰ ਹੁੰਦਾ, ਫੀਅਰ ਹੁੰਦਾ ਕਿ ਮੈਂ ਇੱਦਾਂ ਨਾ ਲੱਗੇ ਕਿ ਕਸਟਮਰ ਨੂੰ ਕਿ ਮੇਰੇ ਕੋਲ ਸੋਲੂਸ਼ਨ ਹੈ ਨਹੀਂ, ਮੇਰੇ ਕੋਲੋਂ ਨਹੀਂ, ਮੇਰੇ ਹੱਥੋਂ ਕਸਟਮਰ ਨਾ ਨਿਕਲ ਜਾਏ। ਅੱਛਾ ਜੀ। ਸੋ ਇਹੀ ਚੀਜ਼ ਤਾਂ ਪਹਿਲਾਂ ਆਪਣੇ ਆਪ ਨੂੰ ਪ੍ਰਪੇਅਰ ਕਰਨ ਦੀ ਲੋੜ ਹੈਗੀ ਹੈ ਐਗਜ਼ੈਕਟਲੀ ਕਿ ਅਸੀਂ ਰਾਈਟ ਪਾਥ ਚੂਜ਼ ਕਰਕੇ ਸੋਲੂਸ਼ਨ ਵੱਲ ਕਿੱਦਾਂ ਵਧਣਾ ਹੈ ਜੀ। ਸੋ ਫਸਟ ਥਿੰਗ ਆਪਣੀਆਂ ਮੋਰਗੇਜ ਏਜੰਟਸ ਦੀਆਂ ਪਾਵਰ ਇੰਨੀ ਸਾਡੇ ਕੋਲ ਹੈਗੀ ਕਿ ਅਸੀਂ ਕਿਸੇ ਵੀ ਟ੍ਰੇਡ 'ਚ ਕੰਮ ਕਰਨ ਵਾਲੇ ਦੀ ਇਨਫੋਰਮੇਸ਼ਨ ਅਸੀਂ ਲੈ ਲੈਂ। ਔਰ ਦੂਸਰੀ ਚੀਜ਼ ਵੀ ਆਰ ਦ ਮਿਡਲ ਮੈਨ। ਸਾਡੀ ਰਿਸਪੌਂਸਿਬਿਲਿਟੀ ਹੁੰਦੀ ਆ ਕਿ ਅਸੀਂ ਲੈਂਡਰ ਔਰ ਕਸਟਮਰ ਦੋਨਾਂ ਬਾਰੇ ਸੋਚਣਾ ਹੈ। ਜਦੋਂ ਅਸੀਂ ਮੈਜੋਰਿਟੀ ਆਫ ਦਾ ਡੀਲਸ ਕਿਸੇ ਦੇ ਵਿੱਚ ਅਸੀਂ ਮਿਡਲ ਮੈਨ ਹੁੰਦੇ ਹਾਂ ਜੀ। ਅਸੀਂ ਰਿਸਪੌਂਸਿਬਲ ਹਾਂ ਜੇ ਮੋਰਗੇਜ ਅਮਾਊਂਟ $1 ਮਿਲੀਅਨ ਦਾ ਹੈਗਾ ਆ ਕਿ ਲੈਂਡਰ ਸਾਡੇ ਟਰਸਟ ਤੇ ਸਾਡੀ ਇਨਫੋਰਮੇਸ਼ਨ ਜੋ ਪ੍ਰੋਵਾਈਡ ਕੀਤੀ ਹੋਈ ਹੈ, ਜੋ ਕੁਛ ਅਸੀਂ ਡਿਸਕਲੋਜ਼ ਕੀਤਾ ਹੋਇਆ, ਬੈਸਟ ਡਿਸਕਲੋਜ਼ ਕੀਤਾ ਹੋਇਆ ਲੈਂਡਰ ਨੂੰ, ਤਾਂ ਕਿ ਲੈਂਡਰ ਆਪਣਾ ਰਿਸਕ ਐਨਾਲਾਈਜ਼ ਕਰਕੇ ਉਹ ਡਿਸੀਜ਼ਨ ਬਣਾ ਲੇ। ਉਹ ਸਾਡੀ ਰਿਸਪੌਂਸਿਬਿਲਿਟੀ ਬਣਦੀ ਹੈ। ਰਾਈਟ ਇਨਫੋਰਮੇਸ਼ਨ ਕਸਟਮਰ ਤੋਂ ਪੁੱਛ ਕੇ ਲੈਂਡਰ ਦੇ ਨਾਲ ਡਿਸਕਸ ਕਰਨਾ, ਉਹਨੂੰ ਸ਼ੇਅਰ ਕਰਨਾ ਜੀ। ਜੈਸ ਇਨਫੋਰਮੇਸ਼ਨ ਦੇ ਨਾਲ ਰਿਸਕ ਐਨਾਲਾਈਜ਼ ਦਾ ਫਰਕ ਪਵੇ, ਉਹ ਇਨਫੋਰਮੇਸ਼ਨ ਅਸੀਂ ਪ੍ਰੋਵਾਈਡ ਕਰਨੀ ਚਾਹੀਦੀ ਹੈ। ਹਾਂਜੀ। ਸੋ ਉਹ ਬੈਲੈਂਸ ਬਣਾਉਣਾ ਜ਼ਰੂਰੀ ਹੈ ਸਾਡੇ ਵਾਸਤੇ, ਤਾਂ ਹੀ ਇਸ ਇੰਡਸਟਰੀ ਨੇ ਅੱਗੇ ਜਾਣਾ ਹੈ ਬੇਸਿਕਲੀ ਨਾ। ਸੋ ਤੁਸੀਂ ਮੋਰਗੇਜ ਏਜੰਟ ਬਣਨ ਤੋਂ ਪਹਿਲਾਂ ਇੱਕ ਬੜੀ ਰਿਸਪੌਂਸਿਬਿਲਿਟੀ ਜਿਹੜੀਆਂ ਹੈ ਉਹਦੀ ਲਿਸਟ ਬਣਾਓ ਆਪਣੀ। ਔਰ ਅਗਰ ਤੁਹਾਡੇ ਵਿੱਚ ਕੁਝ ਕਮੀਆਂ ਹੈਗੀਆਂ ਇੱਦਾਂ ਦੀਆਂ ਕਿ ਇਨਫੋਰਮੇਸ਼ਨ ਅਸੀਂ ਗੌਸਿਪ ਮੋਰਗੇਜ ਇੰਡਸਟਰੀ 'ਚ ਨਹੀਂ ਚੱਲਦੀ, ਕਿਉਂਕਿ ਗੌਸਿਪ ਜਿਹੜੀ ਹੈਗੀ ਆ, ਤੁਸੀਂ 9 to 5 ਕਰਦੇ ਇੱਕ ਆਫਿਸ 'ਚ 10 ਲੋਕ ਹੈਗੇ ਆ, ਠੀਕ ਹੈ, ਗੌਸਿਪ ਹੁੰਦੀ ਰਹਿੰਦੀ ਹੈ, ਰਾਈਟ। ਸੋ ਬਟ ਉੱਥੇ ਗੌਸਿਪ ਨਹੀਂ ਹੋ ਸਕਦੀ ਕਿ ABC ਕਸਟਮਰ ਦਾ ਨਾਮ ਲੈ ਕੇ ਜਾਂ ਕੁਝ ਹੋਰ ਲੈ ਕੇ ਇੱਦਾਂ ਸੀਗਾ ਤਾਂ ਉਹਨੇ ਇੰਨੇ ਦੀ ਪਰਚੇਜ਼ ਕੀਤੀ ਸੀਗੀ, ਉਹ ਆਹ ਚੈਲੰਜ ਹੈਗਾ ਆ। ਸੋ ਯੂ ਆਰ ਸ਼ੇਅਰਿੰਗ ਦਾ ਨੇਮ ਐਂਡ ਐਵਰੀਥਿੰਗ, ਯੂ ਕੈਂਟ। ਸੋ ਦੇਰ ਇਜ਼ ਅ ਵਨ ਇੰਪੋਰਟੈਂਟ ਥਿੰਗ ਜੀ। ਔਰ ਇੱਕ ਅੱਛੇ ਬਿਜ਼ਨਸਮੈਨ ਦੀ ਇਹੀ ਇੱਕ ਖਾਸੀਅਤ ਹੁੰਦੀ ਆ ਕਿ ਜਿਹੜੀ ਇਨਫੋਰਮੇਸ਼ਨ ਹੈਗੀ ਹੈ ਨਾ, ਇਨਫੋਰਮੇਸ਼ਨ ਇਜ਼ ਦ ਕੀ। ਜੇ ਤੁਸੀਂ ਦੂਸਰੇ ਨਾਲ ਸ਼ੇਅਰ ਕਰਤੀ ਤਾਂ ਇਟ ਮੀਨਸ ਯੂ ਲੂਜ਼ਿੰਗ ਦ ਕਲਾਇੰਟ ਸਮ ਅਦਰ ਪਰਸਨ ਇਨ ਦ ਫਿਊਚਰ। ਤੁਸੀਂ ਨਾਮ ਸ਼ੇਅਰ ਕਰ ਰਹੇ ਹੋ ਕਲਾਇੰਟ ਦਾ, ਫੋਨ ਨੰਬਰ ਸ਼ੇਅਰ ਕਰ ਰਹੇ ਹੋ ਕਲਾਇੰਟ ਦਾ ਬਿਨਾਂ ਆਥੋਰਾਈਜੇਸ਼ਨ ਤੋਂ ਕਲਾਇੰਟ ਤੇ ਜੀ। ਸੋ ਆ ਜਿਹੜਾ ਮੇਰਾ ਪਹਿਲਾ ਪੁਆਇੰਟ ਇਹਦੇ ਉੱਤੇ ਹੈਗਾ ਆ ਕਿ ਦਿਸ ਇਜ਼ ਦਾ ਬੇਸ ਆਫ ਦਾ ਇੰਡਸਟਰੀ ਜੀ। ਕਿ ਅਸੀਂ ਮੋਰਗੇਜ ਏਜੰਟ ਬਣਨ ਤੋਂ ਪਹਿਲਾਂ ਇਸ ਲਾਇਸੈਂਸ ਦੇ ਉੱਤੇ ਜੋ ਰਿਸਪੌਂਸਿਬਿਲਿਟੀਜ਼ ਹੈਗੀਆਂ ਆ ਉਹ ਅਸੀਂ ਉਹਨੂੰ ਚੰਗੀ ਤਰ੍ਹਾਂ ਜਾਣੀਏ। ਠੀਕ ਹੈ, ਮੇਕ ਸੈਂਸ। ਦੂਜਾ ਤੁਸੀਂ ਮੈਨੂੰ ਪੁਆਇੰਟ ਬੋਲਿਆ ਮਾਈਂਡ ਸੈਟ। ਵਟ ਡੂ ਯੂ ਮੀਨ ਬਾਈ ਕਿ ਜਦੋਂ ਤੁਸੀਂ ਕਹਿੰਦੇ ਮਾਈਂਡ ਸੈਟ, ਇਜ਼ ਇਟ ਕਿ ਮੈਂ ਆਪਣਾ ਮਾਈਂਡ ਸੈਟ ਮਤਲਬ ਵੀ ਹਾਂਜੀ ਮੈਂ ਏਜੰਟ ਬਣਨਾ, ਮੈਂ ਏਜੰਟ ਹੀ ਬਣਨਾ, ਇਹ ਮਾਈਂਡ ਸੈਟ ਬਾਰੇ ਗੱਲ ਕਰਦੇ ਪਏ ਹੋ ਕਿ ਕੁਝ ਹੋਰ ਤੁਹਾਡਾ ਮਤਲਬ ਹੈ ਮਾਈਂਡ ਸੈਟ ਤੋਂ? ਮਾਈਂਡ ਸੈਟ ਦਾ ਮਤਲਬ ਇਹ ਹੈਗਾ ਕਿ ਫੋਰ ਐਗਜ਼ਾਮਪਲ ਤੁਸੀਂ 9 to 5 ਜੌਬ ਕਰ ਰਹੇ ਹੋ ਔਰ ਕਿਸੇ ਵੀ ਇੰਡਸਟਰੀ ਜੌਬ ਕਰ ਰਹੇ ਹੋ, ਤੁਸੀਂ ਚਾਹੁੰਦੇ ਹੋ ਕਿ ਯੈਸ I want to change my career. I want to go in the finance side, I want to go in the sales side. ਔਰ ਉਹਦੇ ਵਿੱਚ ਤੁਸੀਂ ਕਈ ਕਰੀਅਰ ਹੈਗੇ ਆ ਤੁਹਾਡੇ, ਰੀਅਲ ਸਟੇਟ ਵੀ ਹੈ, ਇੰਸ਼ੋਰੈਂਸ ਸਾਈਡ ਵੀ ਹੈ, ਇਨਵੈਸਟਮੈਂਟ ਵੀ ਹੈ ਔਰ ਫਿਰ ਮੋਰਗੇਜ ਵੀ ਹੈ। ਜੀ। ਸੋ ਮੰਨ ਲਓ ਤੁਸੀਂ ਮੋਰਗੇਜ ਚੂਜ਼ ਕਰ ਲਿਆ। ਹੁਣ ਮੋਰਗੇਜਸ ਆਰ ਨਾਟ 9 to 5। ਪਹਿਲਾਂ ਤੁਸੀਂ ਚੂਜ਼ ਕਰਨਾ ਆ ਕਿ ਤੁਸੀਂ ਮੋਰਗੇਜ ਇੰਡਸਟਰੀ ਜਿਹੜੇ ਆ ਰਹੇ ਆ, ਤੁਸੀਂ ਪਾਰਟ ਟਾਈਮ ਇਨਕਮ ਵਾਸਤੇ ਆ ਰਹੇ ਕਿ ਤੁਸੀਂ ਫੁੱਲ ਟਾਈਮ ਵਿੱਚ ਕੰਮ ਕਰ ਰਹੇ। ਜੀ। ਓਕੇ।
ਅਗਰ ਪਾਰਟ ਟਾਈਮ ਇਨਕਮ ਵਾਸਤੇ ਆ ਰਹੇ ਹੈ ਤਾਂ ਉਹ ਪਲਾਨ ਅਕੋਰਡਿੰਗ ਟੂ ਦੈਟ ਹੋਵੇ। ਓਕੇ। ਤੁਸੀਂ ਹਾਰਡਲੀ 1 ਘੰਟਾ ਦੇ ਰਹੇ ਹੈ ਬਿਜ਼ਨਸ ਨੂੰ, ਔਰ ਤੁਸੀਂ ਡ੍ਰੀਮ ਹੈ ਕਿ ਤੁਹਾਡੇ 100,000 ਕਮਾਉਣ ਦੇ ਮੌਰਗੇਜ ਬਿਜ਼ਨਸ ਤੋਂ, ਦੈਟਸ ਨਾਟ ਪੋਸੀਬਲ। ਸੋ ਤੁਸੀਂ ਕਹਿ ਰਹੇ ਹੋ ਕਿ ਟਾਰਗੇਟ ਉਸ ਹਿਸਾਬ ਨਾਲ ਬਣਾਇਆ। ਬਿਲਕੁਲ। ਸੋ ਅਗਰ ਤੁਸੀਂ ਇਹ ਕਿਹਾ ਕਿ ਮੈਂ ਆਲਰੇਡੀ ਜੌਬ ਕਰ ਰਿਹਾ 60,000 ਐਂਡ ਆਈ ਹੈਵ ਟੂ ਲਿਟਲ ਬਾਈ ਲਿਟਲ ਚੇਂਜ ਮਾਈ ਕਰੀਅਰ, ਜੋ ਮੇਰਾ ਮੌਰਗੇਜ ਬਿਜ਼ਨਸ ਅੱਗੇ ਵੱਧ ਰਿਹਾ ਫੋਰ ਐਗਜ਼ਾਮਪਲ। ਜੀ। ਸੋ ਉਸ ਟਾਈਮ ਤੁਸੀਂ ਸਟਾਰਟ ਕੀਤਾ ਕਿ ਦਿਸ ਈਅਰ ਮਾਈ ਟਾਰਗੇਟ ਇਜ਼ $20,000 revenue from my business of mortgage business, और मैं 2.5 घंटे एवरेज वीक पर डे ਉਹ ਬਿਜ਼ਨਸ ਹੁੰਦਾ ਨਹੀਂ ਹੈ। ਫਿਰ ਉਸ 2.5 ਘੰਟੇ ਨੂੰ ਪਲਾਨ ਕਿੱਦਾਂ ਤੁਸੀਂ ਕਿੱਦਾਂ ਕਰਨਾ ਹੈ। ਸਭ ਤੋਂ ਬੜੀ ਚੀਜ਼ ਕੀ ਹੈਗੀ ਹੈ ਕਿ ਯੂ ਵਰਕ 9 to 5 ਐਜ਼ ਅ EMPLOYEE, ਤੁਹਾਡਾ ਕੋਈ ਵੀ ਟਾਈਟਲ ਹੋ ਸਕਦਾ ਹੈ, ਲੇਕਿਨ ਜਦੋਂ ਤੁਸੀਂ ਐਜ਼ ਅ ਸੈਲਫ EMPLOYED ਮੌਰਗੇਜ ਇੰਡਸਟਰੀ 'ਚ ਆਉਂਦੇ ਆ, ਸੋ ਯੂ ਵੀਅਰ lots of caps. First of all, you are the owner of your business, means you are the CEO. CEO, जी. Then you are also HR of the business. Yes, that's true. ਤੁਸੀਂ ਡਿਸਪਲਿਨ ਕਿੱਦਾਂ ਕਰਨਾ ਆਪਣੇ ਆਪ ਨੂੰ। ਬੇਸਿਕਲੀ ਡਿਸਪਲਿਨ ਮੀਨਸ ਤੁਹਾਡੀਆਂ ਰਿਸਪੌਂਸਿਬਿਲਿਟੀਜ਼ ਔਰ ਤੁਹਾਡੇ ਰਾਈਟਸ ਦੋਨੋਂ ਚੀਜ਼ਾਂ ਆ ਜਾਂਦੀਆਂ ਉਹਦੇ ਵਿੱਚ। ਫਿਰ ਤੁਸੀਂ ਆਪਣੇ ਆਪ ਨੂੰ ਅੰਡਰ ਰਾਈਟਿੰਗ ਦੇ ਰੋਲ 'ਚ ਕਿੱਦਾਂ ਲੈ ਕੇ ਆਉਣਾ, ਕਿਉਂਕਿ ਸੋਲੂਸ਼ਨ ਤਾਂ ਜਦੋਂ ਫਾਈਂਡ ਕਰੋਗੇ ਕਲਾਇੰਟ ਦੇ, ਸੋ ਤੁਹਾਡਾ ਮਾਈਂਡ ਸੈਟ ਬਿਲਕੁਲ ਅੰਡਰ ਰਾਈਟਰ ਵਾਂਗੂ ਵਰਕ ਕਰਨਾ ਚਾਹੀਦਾ। ਵਾਈ ਦਿਸ, ਵਾਈ ਦੈਟ, ਆਸਕ ਦੋਸ ਕੁਐਸਚਨਸ ਟੂ ਦ ਕਲਾਇੰਟ, ਕਿਉਂਕਿ ਤੁਹਾਡਾ ਕੰਮ ਸਿਰਫ ਐਪਲੀਕੇਸ਼ਨ ਭੇਜਣਾ ਨਹੀਂ ਹੈਗਾ। ਹਾਂਜੀ। ਤੁਹਾਡਾ ਕੰਮ ਉਹਨੂੰ ਐਨਾਲਾਈਜ਼ ਕਰਨਾ ਹੈਗਾ, ਔਰ ਉਹਦੀਆਂ ਐਪਲੀਕੇਸ਼ਨ ਦੀਆਂ ਪ੍ਰੋਜ਼ ਐਂਡ ਕੌਨਸ ਤੁਹਾਨੂੰ ਪਤਾ ਹੋਣੀਆਂ ਚਾਹੀਦੀਆਂ। ਉਹਦੇ ਬੇਸ 'ਤੇ ਤਾਂ ਤੁਸੀਂ ਲੈਂਡਰ ਸਿਲੈਕਟ ਕਰੋਗੇ ਨਾ ਕਿ ਇਹ ਲੈਂਡਰ ਆ, ਬੀ ਲੈਂਡਰ ਆ, ਪ੍ਰਾਈਵੇਟ ਲੈਂਡਰ ਹੈ। ਜੀ। ਕਿਉਂਕਿ ਅੰਡਰ ਰਾਈਟਿੰਗ ਮਾਈਂਡ ਸੈਟ ਜ਼ਰੂਰ ਹੋਣਾ ਚਾਹੀਦਾ ਤੁਹਾਡਾ। ਨਹੀਂ ਹੈਗਾ ਤਾਂ ਲਰਨ ਕਰੋ, ਪ੍ਰਪੇਅਰ ਕਰਨਾ ਪੈਣਾ। ਸੋ ਬਿਫੋਰ ਯੂ ਗੈਟਿੰਗ ਅ ਲਾਇਸੈਂਸ ਦੀਸ ਥਿੰਗਸ ਸਪੋਜ਼ ਟੂ ਬੀ ਇਨ ਯੂਰ ਮਾਈਂਡ। ਜੀ। ਓਕੇ। ਫਿਰ ਅੱਗੇ ਗੱਲ ਆਉਂਦੀ ਹੈ ਕਿ ਕੰਡੀਸ਼ਨਸ ਫੁਲਫਿਲਮੈਂਟ, ਉਹ ਇੱਕ ਡਿਫਰੈਂਟ ਰੋਲ ਹੁੰਦਾ ਹੈ, ਉਹਦੀ ਨੌਲੇਜ। ਔਰ ਇੱਕ ਅਨਦਰ ਕੈਪ ਯੂ ਹੈਵ ਟੂ ਵੀਅਰ ਫॉर ਕੰਪਲਾਇੰਸ। ਜਦੋਂ ਫਾਈਲ ਕੰਪਲੀਟ ਹੋ ਜਾਂਦੀ ਆ, that file is completed based on the regulators policies. ਉਸ ਤੋਂ ਬਾਅਦ ਤੁਹਾਡਾ ਆ ਜਾਂਦਾ ਹੈ ਕਿ ਮੈਂ ਅਰਨ ਕੀ ਕੀਤਾ ਇਹਦੇ ਵਿੱਚੋਂ, ਤੁਹਾਡੀ ਅਕਾਊਂਟਿੰਗ ਆ ਜਾਂਦੀ ਹੈ ਬੇਸਿਕਲੀ, ਕਿਉਂਕਿ ਉਹ 'ਚ ਟੈਕਸ ਪਲੈਨਿੰਗ ਵੀ ਤੁਹਾਨੂੰ ਕਰਨੀ ਪੈਣੀ ਹੈ। ਤੁਸੀਂ ਆਪਣੇ ਐਕਸਪੈਂਸਿਸ ਦਾ ਧਿਆਨ ਰੱਖਣਾ ਹੈ, ਕਿਉਂਕਿ ਬਹੁਤ ਸਾਰੇ ਐਕਸਪੈਂਸਿਸ ਤੁਸੀਂ ਕਲੇਮ ਕਰ ਸਕਦੇ ਹੋ ਟੈਕਸਿਸ ਦੇ ਵਿੱਚ, ਕਿਉਂਕਿ ਉਹ ਬਿਜ਼ਨਸ ਨਾਲ ਰਿਲੇਟਡ ਹੈਗੇ ਹੈ। ਚਾਹੇ ਤੁਸੀਂ ਕੌਫੀ ਦਾ ਕੱਪ ਬੈਠ ਕੇ ਪੀਤਾ ਹੈ ਕਲਾਇੰਟ ਦੇ ਨਾਲ, ਯੂ ਕੈਨ ਕਲੇਮ ਦੈਟ ਆਲਸੋ। ਸੋ ਕਿੰਨੇ ਰੋਲ ਹੈ ਤੁਹਾਡੇ, ਆਰ ਯੂ ਪ੍ਰੀਪੇਅਰ ਫॉर ਦੈਟ ਰੋਲ ਟੂ ਮੇਕ ਇਟ ਬੈਲੈਂਸ। ਜੀ। ਜੀ। ਇਹ ਸਾਰੀਆਂ ਲਾਇਸੈਂਸ ਲੈਣ ਤੋਂ ਪਹਿਲਾਂ ਦੀ ਗੱਲ ਕਰ ਰਹੇ ਜੀ। ਲਾਇਸੈਂਸ ਤਾਂ ਈਜ਼ੀ ਹੈ, ਤੁਸੀਂ $300-400 ਖਰਚ ਕਰੋ ਔਰ ਆਪਣਾ ਹਫਤਾ ਪੜ੍ਹਾਈ ਕਰੋ, 60% ਆ ਗਏ, ਲੋ ਜੀ ਬਣ ਗਏ ਮੌਰਗੇਜ ਏਜੰਟ ਤੁਸੀਂ। ਜੀ। ਹੋ ਗਈ ਬੱਲੇ ਬੱਲੇ। ਕਈ ਮੇਰੇ ਕੋਲ ਆ ਕੇ ਕਹਿੰਦੇ ਆ ਮੇਰੇ ਜੀ 95% ਨੰਬਰ ਆਏ ਆ। ਮੈਂ ਕਿਹਾ ਜੀ ਸਲੂਟ ਹੈ ਤੁਹਾਨੂੰ, ਲਾਇਸੈਂਸ ਲੈਣ। ਹਾਂ 95% ਨੰਬਰ ਆਏ ਆ। ਮੈਂ ਕਿਹਾ ਸਲੂਟ ਹੈ ਜੀ, ਬੋਰਡ ਦੇ ਐਗਜ਼ਾਮ ਆ ਗਏ 95%, ਹੁਣ ਤਾਂ ਸਰਕਾਰੀ ਨੌਕਰੀ ਮਿਲ ਜਾਣੀ ਤੁਹਾਨੂੰ। ਸੋ ਠੀਕ ਹੈ, ਖੁਸ਼ੀ ਦੀ ਗੱਲ ਹੈ, ਆਈ ਐਪਰੀਸ਼ੀਏਟ ਦੈਟ। ਪਰ ਅੱਗੇ ਕੀ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਅੱਗੇ ਤਾਂ ਘਰ ਤੋਂ ਸ਼ੁਰੂਆਤ ਆ। ਹਾਂਜੀ, ਠੀਕ ਹੈ। ਲਾਇਸੈਂਸ ਲੈਣਾ ਤਾਂ ਜਦੋਂ ਇੱਕ ਇਨਸਾਨ ਦਾ ਜਨਮ ਹੋਇਆ, ਉਸ ਤੋਂ ਬਾਅਦ ਬੁਢਾਪੇ ਤੱਕ ਪਰ ਲਾਈਫ ਹੀ ਲਾਈਫ ਹੈ। ਹਾਲੇ ਕੀ ਕੁਛ ਕਰਨਾ ਤੁਸੀਂ ਇਸ ਬਿਜ਼ਨਸ ਦੇ ਵਿੱਚ, ਇਸ ਲਾਈਫ ਦੇ ਵਿੱਚ। ਪਰ ਪਹਿਲੇ ਪ੍ਰਪੇਅਰ ਹੋਣਾ ਪੈਣਾ। ਬਿਲਕੁਲ, ਬਰਥ ਲਈ ਡੈਫੀਨੇਟਲੀ। ਪਰ ਹੁਣ ਤੁਸੀਂ ਮੈਨੂੰ ਕਿਹਾ ਹੈ ਕਿ ਮਾਈਂਡ ਸੈਟ ਦੇ ਵਿੱਚ ਆਪਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਤੁਸੀਂ ਫੁੱਲ ਟਾਈਮ ਬਣਨਾ ਚਾਹੁੰਦੇ ਹੋ ਕਿ ਪਾਰਟ ਟਾਈਮ ਬਣਨਾ ਚਾਹੁੰਦੇ ਹੋ। ਬਿਲਕੁਲ। ਤੁਹਾਡੇ ਐਕਸਪੀਰੀਅੰਸ ਨਾਲ ਤੁਸੀਂ ਕੀ ਸੁਜੈਸਟ ਕਰਦੇ ਕਿ ਅਗਰ ਕਿਸੇ ਨੇ ਮੌਰਗੇਜ ਏਜੰਟ ਬਣਨਾ ਹੈ, ਉਹਨਾਂ ਨੂੰ ਟਰਾਈ ਕਰਨਾ ਚਾਹੀਦਾ ਹੈ ਪਹਿਲੇ ਪਾਰਟ ਟਾਈਮ ਫਿਰ ਫੁੱਲ ਟਾਈਮ 'ਤੇ ਆਉਣ, ਕਿ ਸਿੱਧਾ ਬਸ ਇੱਕ ਵਾਰ ਮੈਦਾਨ 'ਚ ਘੁਸ ਜਾਓ। ਦੇਖੋ ਜੀ, ਰਿਐਲਿਟੀ ਤਾਂ ਹੈ ਕਿ ਮੌਰਗੇਜ ਇਜ਼ ਅ ਫੁੱਲ ਟਾਈਮ ਜੌਬ, ਮੌਰਗੇਜ ਇਜ਼ ਨਾਟ ਅ ਪਾਰਟ ਟਾਈਮ ਜੌਬ। ਤੁਸੀਂ ਜਸਟੀਫਾਈ ਨਹੀਂ ਕਰ ਸਕਦੇ ਉਹਦੇ ਨਾਲ। ਯੈਸ, ਜੋ ਪ੍ਰਪੇਅਰ ਹੋ ਕੇ ਆਉਂਦੇ ਲੋਕ, ਮੇਰੇ ਕੋਲ ਕੁਝ ਏਜੰਟਸ ਬੜੇ ਸਕਸੈਸਫੁਲ ਹੋਏ ਆ, ਔਰ ਮੇਰੇ ਕੋਲ ਆਏ ਸੀਗੇ ਸਾਲ ਪਹਿਲਾਂ। ਸੋ ਮੈਂ ਉਹਨਾਂ ਨੂੰ ਕਿਹਾ ਕਿ ਪਹਿਲਾਂ ਆਪਣੀ ਨਾ ਪ੍ਰੈਪਰੇਸ਼ਨ ਕਰੋ ਔਰ ਕੁਝ ਸੇਵਿੰਗਸ ਰੱਖੋ। ਘੱਟ ਤੋਂ ਘੱਟ 6 ਮਹੀਨੇ ਦਾ ਤੁਹਾਡੇ ਕੋਲ ਸੇਵਿੰਗਸ ਹੋਵੇ ਤਾਂ ਕਿ ਤੁਸੀਂ ਘਰ ਚਲਾ ਸਕੋ। Then we going to have a 90 days plan and another 90 days plan. Okay. So I want ਕਿ ਤੁਸੀਂ ਕੈਪੇਬਲ ਹੋ ਜਾਓ 1 ਜਾਂ 2 ਡੀਲਸ ਕਰਨ ਦੇ ਲਾਇਕ ਆਪਣੇ ਆਪ, ਔਰ ਤੁਹਾਡੀਆਂ ਅਰਨਿੰਗਸ ਜਿਹੜੀਆਂ
ਇਕੁਇਵਲੈਂਟ ਟੂ ਤੁਹਾਡੀ ਇੰਪਲੋਇਮੈਂਟ ਦੇ ਪਹੁੰਚਾ। ਜੀ ਕੋਈ ਰਿਸਕ ਤਾਂ ਲੈਣਾ ਪੈਣਾ, ਇਟਸ ਅ ਕਰੇਜ। ਜੀ ਆਮ ਨੋਟ ਸੇਇੰਗ ਇਟ ਰਿਸਕ। ਜਦੋਂ ਕੋਈ ਚੀਜ਼ ਕੈਲਕੂਲੇਟਡ ਕੀਤੀ ਹੁੰਦੀ ਹੈ ਨਾ, ਉਹ ਤੋਂ ਬਾਅਦ ਤੁਹਾਡੇ ਐਕਸ਼ਨਸ ਤੇ ਡਿਪੈਂਡ ਕਰਦਾ ਆ। ਜੀ ਉਹ 'ਚ ਰਿਜੈਕਸ਼ਨਸ ਹੋਣੀਆਂ ਆ, ਉਹਦੇ ਵਿੱਚ ਬਹੁਤ ਕੁਛ ਚੀਜ਼ਾਂ ਨੈਗੇਟਿਵ ਵੀ ਹੋਣੀਆਂ ਸਟਾਰਟਿੰਗ ਦੇ ਵਿੱਚ, ਰਾਈਟ? ਕਿਤੇ ਨਹੀਂ ਹੋਣੀ। ਪਰ ਉਹਦੇ ਲਈ ਤੁਸੀਂ ਹੁਣ ਇਹ ਜੋ ਸਟੈਪ ਆਪਾਂ ਜਿਨ੍ਹਾਂ ਦੀ ਬਾਰੇ ਗੱਲ ਕਰਦੇ ਪਏ ਹਾਂ, ਉਹ ਇਸੇ ਚੀਜ਼ ਨੂੰ ਅਵੋਇਡ ਕਰਨ ਲਈ ਕਹਿ ਦਿਓ ਭਾਵੇਂ ਕੁਛ ਹੱਦ ਤੱਕ। ਡੈਫੀਨੇਟਲੀ। ਜੀ ਹੁਣ ਜਿੱਦਾਂ ਤੁਸੀਂ ਕੋਈ ਵੀ ਕੰਮ ਕਰਨਾ ਹੋਵੇ, ਚਾਹੇ ਹੁਣ ਮੈਂ ਐਗਜ਼ਾਮਪਲ ਵਾਰ ਭਲਵਾਨ ਦੇ ਲੈਣਾ, ਕਿੰਨਾ ਕੁ ਖਾਣਾ ਪੀਣਾ ਪੈਂਦਾ ਆ, ਹੈਲਥ ਵਾਈਜ਼ ਕਿੰਨੀ ਕਸਰਤ ਕਰਨੀ ਪੈਂਦੀ ਆ, ਪਸੀਨਾ ਬਹਾਉਣਾ ਪੈਂਦਾ ਆ, ਘੁਲਣਾ ਪੈਂਦਾ ਆ, ਕੰਨ ਧਰੋਣੇ ਪੈਂਦੇ ਆ, ਕੀ ਕੁਝ ਕਰਨਾ ਪੈਂਦਾ ਆ, ਫਿਰ ਜਾ ਕੇ ਕਿਤੇ ਨਾ ਕਿਤੇ ਸਿਲੈਕਸ਼ਨ ਹੁੰਦੀ ਹੈ, ਰਾਈਟ? ਜੀ ਜੀ ਕਹਿਣ ਨੂੰ ਆਪਾਂ ਕਹਿ ਸਕਦੇ ਹਾਂ ਕਿ ਲੈ ਵਿੱਚ ਜਿੱਤ ਗਿਆ, ਮੈਡਲ ਲੈ ਗਿਆ, ਰਾਈਟ? ਪਰ ਉਹਦੇ ਪਿੱਛੇ ਦੀ 5-6 ਸਾਲ ਦੀ ਮਿਹਨਤ। ਸੋ ਸੇਮ ਚੀਜ਼ ਮੋਰਗੇਜ ਇੰਡਸਟਰੀ ਦੇ ਵਿੱਚ ਜਦੋਂ ਤੁਸੀਂ ਹੋਣਾ ਹੈ ਨਾ, ਯੂ ਆਰ ਅ ਬ੍ਰਾਂਡ। ਤੁਸੀਂ ਆਪਣੇ ਆਪ ਨੂੰ ਬ੍ਰਾਂਡ ਕਿੱਦਾਂ ਬਣਾਉਣਾ ਆ, ਉਹਦੇ ਬਗੈਰ ਤੁਸੀਂ ਚੱਲ ਨਹੀਂ ਸਕਦੇ, ਔਰ ਯੂ ਨੀਡ ਥੀਸ ਟੂਲਸ। ਜੀ ਸੋ ਇਸ ਕਰਕੇ ਜਿਹੜੀਆਂ ਸਾਰੀਆਂ ਕੈਪਸ ਹੈਗੀਆਂ ਉਹ ਤੁਹਾਨੂੰ ਕਿਤੇ ਨਾ ਕਿਤੇ ਉਹ ਕੈਪਸ ਪਾਉਣੀਆਂ ਪੈਣੀਆਂ। ਠੀਕ ਹੈ ਕਿਤੇ ਨਾ ਕਿਤੇ CEO ਬਣੋਗੇ ਤੁਸੀਂ, ਕਿਤੇ ਨਾ ਕਿਤੇ HR, ਕਿਤੇ ਨਾ ਕਿਤੇ ਐਡਵਾਈਜ਼ਰ, ਅੰਡਰਰਾਈਟਰ, ਸਾਰੀਆਂ ਕੈਪਸ ਤੁਹਾਨੂੰ ਪਾਉਣੀਆਂ ਪੈਣੀਆਂ। ਔਰ ਫਿਰ ਅੱਗੇ ਬਿਜ਼ਨਸ ਡਿਵੈਲਪ ਕਿੱਦਾਂ ਕਰਨਾ ਹੈ? ਯੂ ਆਰ ਆਲਸੋ ਅ ਸੇਲਸ ਪਰਸਨ। ਜੀ ਆਪਣੀ ਬ੍ਰਾਂਡਿੰਗ ਕਿੱਦਾਂ ਕਰਨੀ ਤੁਸੀਂ ਅੱਗੇ ਜਾ ਕੇ? ਜੀ ਸੋ ਇਟਸ ਅ ਹੋਲ ਸੈਟ ਆਫ ਟੂਲਸ ਜਿਹਦੇ ਲਈ ਤੁਸੀਂ ਪ੍ਰਿਪੇਅਰ ਹੋਣਾ ਆ ਲਾਇਸੈਂਸ ਲੈਣ ਤੋਂ ਪਹਿਲਾਂ। ਹੁਣ ਅਸੀਂ ਗੱਲ ਕਰ ਲਈ ਹੈਗੀ ਆਪਣੇ ਰਾਈਟਸ ਐਂਡ ਰਿਸਪੌਂਸਿਬਿਲਿਟੀ ਦੀ ਵੀ, ਜੀ ਮਾਈਂਡ ਸੈਟ ਵੀ ਮੇਰਾ ਹੁਣ ਸੈੱਟ ਹੈ। ਹੂੰ ਠੀਕ ਹੈ ਜੀ। ਹੁਣ ਮੈਂ ਕੋਈ ਬ੍ਰੋਕਰੇਜ ਜੁਆਇਨ ਕਰਨੀ ਹੈ ਹੂੰ ਤੇ ਉਹਨੂੰ ਜੁਆਇਨ ਕਰਨ ਲਈ ਜਿੱਦਾਂ ਮੇਰੇ ਮੰਥਲੀ ਐਕਸਪੈਂਸ, ਹੂੰ ਉਹਨਾਂ ਦੇ ਬਾਰੇ ਮੈਨੂੰ ਦੱਸੋ। ਦੇਖੋ ਜੀ, ਇੱਕ ਤਾਂ ਬੜਾ ਸੌਖਾ ਕੰਮ ਹੈ, ਜੁਆਇਨ ਟੀਮ ਵਿਕ। ਅੱਛਾ, ਆਮ ਰੈਡੀ ਫॉर। ਸੋ ਜਦੋਂ ਰਿਐਲਿਟੀ ਚੈੱਕ ਦੀ ਆਪਾਂ ਗੱਲ ਕਰਦੇ ਹਾਂ ਇਹਦੇ ਵਿੱਚ ਨਾ, ਪਰ ਕੋਈ ਵੀ ਬਿਜ਼ਨਸ ਅਸੀਂ ਸ਼ੁਰੂ ਕਰਨਾ ਆ, ਉਹਦੇ ਵਾਸਤੇ ਇਨੀਸ਼ੀਅਲ ਇਨਵੈਸਟਮੈਂਟ ਤਾਂ ਸਾਨੂੰ ਕਰਨੀ ਪੈਂਦੀ ਹੈ। ਹਾਂਜੀ ਪਰ ਸਰਵਿਸ ਇੰਡਸਟਰੀ ਦੀ ਇੱਕ ਖਾਸੀਅਤ ਹੈਗੀ ਆ, ਇਟਸ ਨੋਟ ਲਾਈਕ ਅ ਰਿਟੇਲ ਕਿ ਤੁਹਾਨੂੰ 200,000 300,000 500,000 ਕੋਈ ਵੀ ਸਟੋਰ ਜਾਂ ਕੋਈ ਵੀ ਬਿਜ਼ਨਸ ਕਰਨਾ ਆ। ਇਹਦੇ ਵਿੱਚ ਸਿੰਪਲ ਇਨਵੈਸਟਮੈਂਟ ਹੈਗੀ ਆ। ਤੁਹਾਡੀ ਆਲਮੋਸਟ $941 ਐਜ਼ ਅ ਫਸਟ ਟਾਈਮ ਜਿਹੜਾ ਜੁਆਇਨ ਕਰਦਾ ਅੱਜ ਦੀ ਡੇਟ ਦੇ ਵਿੱਚ, ਉਹ ਵਨ ਟਾਈਮ ਫੀ ਹੈਗੀ ਫਿਸਰਾ ਦੀ ਪ੍ਰੋਰੇਟਡ। ਜੀ ਐਂਡ ਸੈਕੰਡ ਤੁਹਾਡੇ ਕੁਝ ਖਰਚੇ ਹੈਗੇ ਐਰਨ ਓਮਿਸ਼ਨ ਦੇ, ਔਰ ਇਸ ਤੋਂ ਇਲਾਵਾ ਜਿਹੜੇ ਚਾਰजेस ਹੁੰਦੇ ਆ ਬ੍ਰੋਕਰੇਜਸ ਚਾਰਜ ਕਰਦੀਆਂ ਦੇ, ਬੇਸਿਕਲੀ ਦੇ ਪ੍ਰੋਵਾਈਡ ਦ ਟੂਲਸ, ਦੇ ਪ੍ਰੋਵਾਈਡ ਦ ਸਿਸਟਮ, ਦੇ ਪ੍ਰੋਵਾਈਡ ਦ ਟੈਕਨੋਲੋਜੀ, ਤਾਂ ਉਹਦੇ ਮੰਥਲੀ ਚਾਰजेस ਹੁੰਦੇ ਆ। ਠੀਕ ਹੈ। ਐਕਸਪੀਰੀਅੰਸਡ ਮੈਂਟਰ ਮਿਲ ਰਿਹਾ ਹੈ ਤਾਂ ਮੈਂ ਤਾਂ ਡੈਫੀਨੇਟਲੀ ਉੱਥੇ ਜਾਵਾਂਗੀ। ਡੈਫੀਨੇਟਲੀ। ਔਰ ਦੂਸਰੀ ਚੀਜ਼ ਕੰਟਰੈਕਟ 'ਚ ਵੀ ਤਾਂ ਦੇਖੋ ਨਾ ਕਿ ਤੁਸੀਂ ਸਾਲ ਦਾ ਕੰਟਰੈਕਟ ਹੈ, 2 ਸਾਲ ਦਾ ਆ, 3 ਸਾਲ ਦਾ ਆ, ਔਰ ਦੇਰ ਇਜ਼ ਨੋ ਕੰਟਰੈਕਟ। ਤੁਸੀਂ ਹਲੇ ਫਸਟ ਟਾਈਮ ਜੁਆਇਨ ਕਰਨਾ ਆ, ਤੁਹਾਨੂੰ ਐਕਸਪੀਰੀਅੰਸ ਨਹੀਂ ਹੈਗਾ ਉੱਥੇ ਦਾ, ਕਿ ਤੁਹਾਨੂੰ ਫੀਡਬੈਕ ਹੋ ਸਕਦੀ ਆ ਜਾਂ ਕਿਸੇ ਨੇ ਰੈਫਰ ਕੀਤਾ ਤੁਹਾਨੂੰ, ਕਿ ਤੁਸੀਂ ਖੁਦ ਐਕਸਪੀਰੀਅੰਸ ਕੀਤਾ ਹੈ। ਐਵਰੀਬਾਡੀ ਇਜ਼ ਡਿਫਰੈਂਟ। ਦੈਟਸ ਟਰੂ। ਕਿਸੇ ਨੂੰ ਮਾਂ ਬਾਦੀ, ਕਿਸੇ ਨੂੰ ਸਵਾਦੀ। ਸਿੰਪਲ ਲੁੱਕ ਐਟ ਯੋਰਸੈਲਫ, ਫਾਈਂਡ ਯੋਰਸੈਲਫ ਕਿ ਤੁਹਾਨੂੰ ਹੈਲਪ ਕਿੱਦਾਂ ਦੀ ਲੋੜ। ਜੀ ਜੀ ਟੈਲ ਯੂ ਸਟਾਰਟ। ਤੁਹਾਨੂੰ ਇਹ ਲੱਗਦਾ ਕਿ ਕਈ ਵਾਰ ਜਿੱਦਾਂ ਦੂਜੇ ਫਰੈਂਡ ਨੂੰ ਦੇਖ ਲਿਆ, ਇਹਨੇ ਆਹ ਫਰਮ ਜੁਆਇਨ ਕੀਤੀ ਹੈ, ਮੈਂ ਵੀ ਇਹ ਬ੍ਰੋਕਰੇਜ ਜੁਆਇਨ ਕਰ ਲਈ, ਤੁਹਾਨੂੰ ਲੱਗਦਾ ਇਸ ਭੇਡ ਚਾਲ ਦੇ ਪਿੱਛੇ ਜਾਣਾ ਚਾਹੀਦਾ? ਦੇਖੋ ਰਿਕਮੈਂਡੇਸ਼ਨ ਤਾਂ ਦੇਖੋ ਹੁੰਦੀ ਆ ਹਾਂਜੀ ਕਿਸੇ ਵੀ ਬਿਜ਼ਨਸ ਦੀ। ਆਪਾਂ ਰਿਕਮੈਂਡ ਕਰੀਦਾ ਆ ਕਿ ਔਰ ਆਪਾਂ ਐਕਸਪੈਕਟ ਕਰਦੇ ਹਾਂ ਕਿ ਅਗਰ ਮੈਂ ਆਪਣੇ ਫਰੈਂਡ ਨਾਲ ਜਾਂ ਫੈਮਿਲੀ ਮੈਂਬਰ ਨਾਲ ਜੁਆਇਨ ਕਰ ਰਿਹਾ ਹਾਂ, ਉੱਥੇ ਮੈਨੂੰ ਸਪੋਰਟ ਮਿਲੂਗੀ ਮੇਰੇ ਬਿਜ਼ਨਸ ਦੇ ਵਿੱਚ। ਪਰ ਇਹ ਸੱਚ ਹੈ? ਸੋ ਪਰ ਡਿਪੈਂਡ ਕਰਦਾ ਹੈ ਕਿ ਜੋ ਤੁਹਾਡਾ ਫੈਮਿਲੀ ਮੈਂਬਰ ਜਾਂ ਦੋਸਤ ਹੈਗਾ, ਉਹ ਕਿੰਨਾ ਸਕਸੈਸਫੁਲ ਆ, ਉਹਦਾ ਮਾਈਂਡਸੈਟ ਕੀ ਹੈ, ਔਰ ਸਟਰੈਂਥ ਐਂਡ ਵੀਕਨੈਸ। ਅਗਰ ਤੁਸੀਂ ਉਹਨਾਂ ਤੋਂ ਸਿੱਖ ਰਹੇ ਹੈ, ਇਜ਼ ਇਟ ਦ ਰਾਈਟ ਕੋਚ ਫॉर ਯੂ? ਹਾਂਜੀ ਇਹੀ ਪੁੱਛਣਾ ਚਾਹੁੰਦੀ ਸੀ ਕਿ ਹੋ ਸਕਦਾ ਹੈ ਹੁਣ ਮੇਰਾ ABC ਮੇਰਾ ਬ੍ਰਦਰ ਹੈ, ਉਹ ਮੋਰਗੇਜ ਇੰਡਸਟਰੀ 'ਚ ਹੋਵੇ ਤੇ ਪਰ ਹੀ ਇਜ਼ ਰੀਅਲੀ ਗੁੱਡ ਸੇਲਸ ਪਰਸਨ, ਪਰ ਮੇਰੇ 'ਚ ਉਹ ਸਟਰੈਂਥ ਨਹੀਂ ਹੈ, ਤਾਂ ਫਿਰ ਵੀ ਉਹਨਾਂ ਦੀ ਬ੍ਰੋਕਰੇਜ ਹੈ, ਉਹ ਸੇਲਸ ਜਿਹੜੇ ਆਲਰੇਡੀ ਸੇਲਸ ਦੇ ਵਿੱਚ ਚੰਗੇ ਹੈਗੇ, ਉਹਨਾਂ ਨੂੰ ਸਿਖਾਉਣਾ ਨਹੀਂ ਪੈ ਰਿਹਾ, ਸਿਰਫ ਉਹ ਕੋਚ ਕਰਦੇ ਪਏ ਬਾਕੀ ਚੀਜ਼ਾਂ ਦੇ, ਪਰ ਮੈਨੂੰ ਲੋੜ ਹੈਗੀ ਹੈ ਸੇਲਸ ਟ੍ਰੇਨਿੰਗ ਦੀ। ਸੋ ਫਿਰ ਤਾਂ ਮੈਨੂੰ ਲੱਗਦਾ ਮੈਨੂੰ ਬ੍ਰੋਕਰੇਜ 'ਚ ਨਹੀਂ ਜਾਣਾ ਚਾਹੀਦਾ। ਆਫ ਕੋਰਸ। ਸੋ ਮੈਂ ਆਪਣਾ ਦੇਖਾਂ ਕਿ ਮੈਨੂੰ ਕਿਸ ਚੀਜ਼ ਦੀ ਲੋੜ ਹੈ। ਪਹਿਲਾਂ ਤੁਸੀਂ ਆਪਣੀ ਨੀਡ ਐਨਾਲਾਈਜ਼ ਕਰੋ ਜੀ ਕਿ ਕਿਹੜੇ ਖੇਤਰ ਦੇ ਵਿੱਚ ਮੈਨੂੰ ਹੈਲਪ ਦੀ ਲੋੜ ਹੈ, ਮੈਨੂੰ ਸਹਿਯੋਗ ਚਾਹੀਦਾ, ਮੈਨੂੰ ਸਪੋਰਟ ਚਾਹੀਦੀ ਹੈ, ਜੀ ਮੈਨੂੰ ਟੈਕਨੋਲੋਜੀ ਸਾਈਡ ਚਾਹੀਦੀ ਹੈ। ਜੀ ਹੁਣ ਜਿਹੜੇ ਮੇਰੇ ਕੋਲ ਮੋਸਟਲੀ
50 ਪਲੱਸ ਆਉਂਦੇ ਆ ਤਾਂ ਦੇ ਆਲਵੇਜ਼ ਵਾਂਟ ਟੂ ਲਰਨ ਮੋਰ ਇਨ ਟੈਕਨੋਲੋਜੀ ਸਾਈਡ ਬੇਸਿਕਲੀ ਤਾਂ ਉਹ ਕਹਿੰਦੇ ਉਹ 'ਚ ਮੈਨੂੰ ਹੈਲਪ ਚਾਹੀਦੀ ਹੈ ਬਾਕੀ ਮੇਰੀ ਜਿਹੜੀ ਅਰਥਮੈਟਿਕ ਹੈ ਇਜ਼ ਗੁੱਡ ਕੈਲਕੂਲੇਸ਼ਨਸ ਆਈ ਕੈਨ ਡੂ ਗੁੱਡ ਬਿਕਾਜ਼ ਉਹਨਾਂ ਦਾ ਐਕਸਪੀਰੀਅੰਸ ਪੁਰਾਣਾ ਹੈਗਾ ਹੈ ਉਸ ਚੀਜ਼ ਦੇ ਵਿੱਚ ਉਹਨਾਂ ਨੂੰ ਕੈਲਕੂਲੇਟਰ ਤੇ ਮੈਥ ਨਹੀਂ ਸਿਖਾਇਆ ਡੈਫੀਨੇਟਲੀ ਫਿੰਗਰ ਉਹਨਾਂ ਤੋਂ ਉਹ ਕਹਿੰਦੇ ਸਧਾਰਨ ਵਿਆਜ ਤੇ ਚੱਕਰਵਰਤੀ ਵਿਆਜ ਤੇ ਉਹ ਸਾਰਾ ਉਹਨਾਂ ਨੂੰ ਫਿੰਗਰ ਟਿਪਸ ਤੇ ਆਉਂਦਾ ਆ ਪਰ ਟੈਕਨੋਲੋਜੀ ਦੇ ਵਿੱਚ ਉਹਨਾਂ ਨੂੰ ਯੈਸ ਹੈਲਪ ਚਾਹੀਦੀ ਹੁੰਦੀ ਹੈ ਸੇਮ ਥਿੰਗ ਅਗਰ ਮੇਰੇ ਕੋਲ ਕੋਈ ਏਜੰਸੀ ਆ ਰਿਹਾ ਬੇਸਿਕਲੀ ਸੋ ਟੈਕਨੋਲੋਜੀ ਵਾਈਜ਼ ਤਾਂ ਏਜੰਟ ਇਜ਼ ਅਮੇਜ਼ਿੰਗ ਯੈਸ ਬਟ ਜਿਹੜਾ ਐਂਸ਼ੀਅੰਟ ਵਿਜ਼ਡਮ ਹੈਗਾ ਆਪਣਾ ਸਾਡਾ ਔਰ ਕਿਉਂਕਿ ਇਸ mortgage is not a sales exactly I call it advice ਜੀ ਇੱਕ ਹਿਊਮਨ ਬੀਇੰਗ ਦਾ ਜਿਹੜਾ ਸਭ ਤੋਂ ਬੜਾ ਲੋਨ ਉਹਨੇ ਆਪਣੀ ਲਾਈਫ 'ਚ ਲੈਣਾ ਆ ਦੈਟਸ ਟਰੂ ਉਸ ਲੋਨ ਦੀ ਜਰਨੀ ਦੇ ਵਿੱਚ ਤਾਂ ਕਿ ਉਹ ਬੋਝ ਨਾ ਬਣੇ ਉਹ ਇੱਕ ਠੀਕ ਆ ਹਰ ਮਹੀਨੇ ਦੀ 1 ਤਰੀਕ ਨੂੰ ਮੈਂ ਪੇਮੈਂਟ ਕਰਨੀ ਹੈ ਇੱਕ ਪ੍ਰੈਸ਼ਰ ਹੁੰਦਾ ਆ ਲੇਕਿਨ ਉਹ ਪ੍ਰੈਸ਼ਰ ਜਿਹੜਾ ਹੈ ਨਾ ਉਹ ਅਨਹੈਲਦੀ ਨਾ ਹੁੰਦਾ ਹੈ ਉਹਦੇ ਥੱਲੇ ਇਨਸਾਨ ਦੱਬ ਨਾ ਜਾਏ ਜੀ ਉਹ ਮੇਰੀ ਰਿਸਪੌਂਸਿਬਿਲਿਟੀ ਬਣਦੀ ਹੈ ਐਜ਼ ਅ ਮੋਰਗੇਜ ਏਜੰਟ ਉਹਨੂੰ ਐਡਵਾਈਸ ਕਰਨ ਦੇ ਲਈ ਜੀ ਸੋ ਆ ਇੰਪੋਰਟੈਂਸ ਹੈ ਮੇਰੀ ਸੋ ਦੈਟ ਇਜ਼ ਅ ਰੀਜ਼ਨ ਜਦੋਂ ਤੁਸੀਂ ਜੁਆਇਨ ਕਰਨੀ ਹੈ ਕੋਈ ਵੀ ਬ੍ਰੋਕਰੇਜ ਨਾ ਸੋ ਕੋਚਿੰਗ ਇਜ਼ ਲਾਈਕ ਅ ਨਾਟ ਐਸ ਇੰਪੋਰਟੈਂਟ ਰਾਈਟ ਐਕਸਪੈਂਸਿਸ ਦੇ ਨਾਲ ਨਾਲ ਮੈਂ ਇੱਕ ਚੀਜ਼ ਹੋਰ ਕਹਿਣਾ ਹੈ ਬਹੁਤ ਸਾਰੇ ਮੋਰਗੇਜ ਏਜੰਟ ਆਉਂਦੇ ਆ ਔਰ ਉਹਨਾਂ ਨੇ ਜਸਟ ਲਾਇਸੈਂਸ ਲਿਆ ਹੁੰਦਾ ਆ ਐਂਡ ਪਹਿਲਾ ਕੁਐਸਚਨ ਹੁੰਦਾ ਆ ਕਿ what will be my cut ਅੱਛਾ how much you pay me so ਮੇਰਾ ਕੁਐਸਚਨ ਹੁੰਦਾ ਆ how many applications you did in your life oh I just got a license I said okay you take the maximum cut fine you're happy all right so what kind of help you gonna give me ਉਹ ਬਈ ਤੁਸੀਂ ਸਾਰਾ ਲੈ ਲਿਆ ਹੁਣ ਹੈਲਪ ਦੀ ਕੀ ਲੋੜ ਹੈ ਤੁਹਾਨੂੰ ਤਾਂ ਆਉਂਦਾ ਡੈਫੀਨੇਟਲੀ ਹਾਂ। ਤੁਸੀਂ ਆਪਣੇ ਆਪ ਨੂੰ ਮਤਲਬ ਜਿਹੜਾ ਕਹਿੰਦੇ ਨਾ ਕਿ ਜਦੋਂ ਵੀ ਕੋਈ ਸਪੋਰਟਸ ਹੁੰਦਾ ਆ ਤਾਂ ਫਸਟ ਪੋਜੀਸ਼ਨ ਸੈਕੰਡ ਪੋਜੀਸ਼ਨ ਥਰਡ ਪੋਜੀਸ਼ਨ ਤੁਸੀਂ ਆਪਣੇ ਆਪ ਆਲਰੇਡੀ ਫਸਟ ਪੋਜੀਸ਼ਨ ਲੈ ਲਈ ਹੈ ਰਾਈਟ ਸੋ ਯੂ ਆਰ ਦ ਬੈਸਟ ਜੀ ਇਟ ਮੀਨਸ ਯੂ ਆਰ ਦ ਬੈਸਟ ਜੀ ਔਰ ਫਿਰ ਤੁਹਾਨੂੰ ਹੈਲਪ ਦੀ ਕੀ ਲੋੜ ਹੈ ਸੋ ਆ ਮਾਈਂਡ ਸੈਟ ਇਹ ਟ੍ਰੇਨਿੰਗ ਦਾ ਪਾਰਟ ਹੈ ਔਰ ਅਗਰ ਹੈਲਪ ਚਾਹੀਦੀ ਹੈ ਤਾਂ ਸਾਨੂੰ ਫ੍ਰੀ ਹੈਲਪ ਕਰੋ ਡੈਫੀਨੇਟਲੀ ਵੋਲਿਊਮ ਬੋਨਸ ਜਿਹਨੂੰ ਕਹਿੰਦੇ ਆ ਉਹ ਇਦਾਂ ਨਹੀਂ ਮਿਲ ਜਾਂਦਾ ਦੇਰ ਇਜ਼ ਸਮ ਸਰਟਨ ਕ੍ਰਾਈਟੇਰੀਆ ਯੂ ਹੈਵ ਟੂ ਹਿਟ ਉਹਦੇ ਵਾਸਤੇ ਤੁਸੀਂ ਲਰਨ ਕਰਨਾ ਆ ਬੜੀ ਲੰਬੀ ਯਾਤਰਾ ਹੈ ਜੀ ਫਿਰ ਇੱਕ ਜਦੋਂ ਸਟਾਰਟ ਕਰਦੇ ਆ ਇੱਕ ਹੋਰ ਚੀਜ਼ ਹੁੰਦੀ ਆ ਨਵਾਂ ਮੋਰਗੇਜ ਏਜੰਟ ਪੁੱਛਦਾ ਕਿ ਤੁਸੀਂ ਲੀਡਸ ਪ੍ਰੋਵਾਈਡ ਕਰੋਗੇ ਵੀ ਮੇਰਾ ਇਹ ਕਹਿਣਾ ਹੈ ਕਿ ਜੇ ਲੀਡਸ ਉੱਤੇ ਹੀ ਕੰਮ ਕਰਨਾ ਆ ਫਿਰ ਤੁਸੀਂ ਬੈਂਕ ਦੇ ਮੋਰਗੇਜ ਸਪੈਸ਼ਲਿਸਟ ਲੱਗ ਜਾਓ ਕੋਈ ਬ੍ਰਾਂਡ ਹੈਗਾ ਆ ਬ੍ਰਾਂਚ ਬੈਠੋ ਕੋਈ ਮੋਰਗੇਜ ਦੀ ਲੀਡ ਆਉਂਦੀ ਆ ਤੇ ਕੰਮ ਕਰ ਲਓ ਫਿਰ ਤੁਸੀਂ ਸੈਲਫ ਇੰਪਲਾਇਡ ਕਾਹਦੇ ਹੋਏ ਅੱਛਾ ਇਹ ਮਤਲਬ ਹੈ ਕਿ ਬਸ ਕੰਮ ਨਾ ਕਰਨਾ ਪਵੇ ਅਸੀਂ ਬਸ ਬੈਠੇ ਬੈਠੇ ਲੀਡ ਜਨਰੇਟ ਕਰਨਾ ਸਿਖਾਉਣਾ ਹਾਂਜੀ ਕਰੰਟ ਮਾਰਕੀਟ ਸਿਚੁਏਸ਼ਨ ਦੇ ਨਾਲ ਕੰਟੈਂਟ ਬਣਾਉਣਾ ਜੀ ਅਸੀਂ ਸਪੋਰਟ ਕਰਦੇ ਹਾਂ ਜੀ ਪਰ ਜੇ ਥਾਲੀ ਤੇ ਤੁਹਾਨੂੰ ਲੀਡ ਲੈ ਤੁਸੀਂ ਨਵੇਂ ਏਜੰਟ ਹੈਗੇ ਆ ਬੁਰਾ ਨਾ ਮੈਂ ਗੱਲ ਕਹੂੰਗਾ ਕਿ ਇੱਕ ਕਹਾਵਤ ਹੈ ਬੰਦਰ ਦੇ ਹੱਥ ਉਸ ਤਰ੍ਹਾਂ ਅੱਛਾ ਮੈਨੂੰ ਮਤਲਬ ਸਮਝਾਓ ਥੋੜਾ ਕਹਿਣ ਦਾ ਮਤਲਬ ਕਿ ਮੈਂ ਕਿਹਾ ਜੀ ਮੈਂ ਟਰੱਕ ਡਰਾਈਵਰ ਬਣਨਾ ਠੀਕ ਹੈ ਜੀ ਮੈਂ ਟਰੱਕ ਡਰਾਈਵਰ ਮੈਂ ਟਰੱਕ ਚਲਾ ਸਕਦਾ ਕੋਈ ਚੱਕਰ ਹੀ ਹੈ ਔਰ ਲਾਇਸੈਂਸ ਵੀ ਲੈ ਲਿਆ ਮੈਂ ਪੜ੍ਹ ਲਿਆ ਐਗਜ਼ੈਕਟਲੀ ਪ੍ਰੈਕਟੀਕਲ ਮੇਰੇ ਹੱਥ ਹੈ ਨਹੀਂ ਮੇਰੇ ਕੋਲ ਸਿਰਫ ਮੈਂ ਟੈਸਟ ਪਾਸ ਕੀਤਾ ਆ ਔਰ ਪ੍ਰੈਕਟੀਕਲ ਹੈ ਨਹੀਂ ਔਰ ਮੈਂ ਚੜ੍ਹ ਗਿਆ ਜੀ ਟਰੱਕ ਤੇ ਉਹਨੂੰ ਕਹਿੰਦੇ ਬੰਦਰ ਦੇ ਹੱਥ ਉਸ ਤਰ੍ਹਾਂ ਜੀ ਮਤਲਬ ਤੁਸੀਂ ਲਾਇਸੈਂਸ ਲੈ ਲਿਆ ਤੁਹਾਡੇ ਕੋਲ ਪ੍ਰੈਕਟੀਕਲ ਨੌਲੇਜ ਜ਼ੀਰੋ ਆ ਮਤਲਬ ਜਿਹਦੇ ਵਾਲ ਦਿਖਦੇ ਮੈਂ ਬਸ ਕੱਟੀ ਜਾਣੇ ਔਰ ਤੁਸੀਂ ਕਹਿੰਦੇ ਲੀਡਸ ਦਿਓ ਤਾਂ ਲੀਡਸ ਨੂੰ ਤੁਸੀਂ ਗੱਲ ਕੀ ਕਰਨੀ ਹੈ ਲੀਡਸ ਤੁਸੀਂ ਸਿੱਖੀ ਨਹੀਂ ਗੱਲ ਕਰਨੀ ਪ੍ਰੈਜ਼ੈਂਟ ਯੈਸ ਠੀਕ ਹੈ ਜੀ ਮੈਂ ਸਮਝ ਰਿਹਾ ਹਾਂ ਸੋ ਕੁਐਸਚਨ ਜਿਹੜੇ ਤੁਸੀਂ ਪੁੱਛਦੇ ਆ ਨਾ ਕੋਈ ਵੀ ਆਉਂਦਾ ਆ ਦੇ ਸ਼ੁਡ ਹੈਵ ਟੂ ਨੋ ਐਗਜ਼ੈਕਟਲੀ ਵਾਟ ਇਜ਼ ਦ ਮੀਨਿੰਗ ਆਫ ਦੈਟ ਤੁਸੀਂ
ਕਿਸੇ ਕੰਪਨੀ ਦੇ ਵਿੱਚ ਮੇਰਾ ਕੁਐਸਚਨ ਹੈ ਕਿ ਤੁਸੀਂ ਕਿਸੇ ਕੰਪਨੀ ਦੇ ਵਿੱਚ ਮੰਨ ਲਓ ਸੇਲਸ ਪਰਸਨ ਲੱਗ ਗਏ ਆ, ਹਾਂਜੀ ਸੇਲਸ ਮੈਨੇਜਰ ਆ ਗਿਆ ਆ, ਤੁਹਾਡਾ ਵੀਪੀ ਸੇਲਸ ਹੋ ਗਿਆ, ਪ੍ਰੈਜ਼ੀਡੈਂਟ ਸੇਲਸ ਹੋ ਗਿਆ, ਸੀਈਓ ਹੋ ਗਿਆ, ਤੁਹਾਨੂੰ ਤੁਹਾਡੇ ਕੀ ਚਾਂਸਸ ਹੈਗੇ ਆ ਕਿ ਤੁਸੀਂ ਐਜ਼ ਅ ਸੇਲਸ ਪਰਸਨ ਤੋਂ ਸੀਈਓ ਬਣ ਜਾਓਗੇ ਉਸ ਕੰਪਨੀ ਦੇ? ਹੁਣੇ ਤੁਸੀਂ ਗੱਲ ਕੀਤੀ ਹੈ ਕੋਚ ਦੇ ਬਾਰੇ, ਉਹ ਤੁਸੀਂ ਕਿਹਾ ਸੀਗਾ ਕਿ 4th ਪੁਆਇੰਟ ਹੈ, ਵਾਈ ਡੂ ਆਈ ਨੀਡ ਅ ਕੋਚ? ਮੈਨੂੰ ਪਤਾ ਹੈ, ਮੇਰੇ ਕੋਲ ਐਕਸਪੀਰੀਅੰਸ ਹੈ, ਮੈਂ ਆਪਣਾ ਕੰਮ ਕੀਤਾ ਹੈ, ਮੈਂ 9 to 5 ਕੀਤੀ ਹੈ, ਤੇ ਆਈ ਥਿੰਕ ਆਮ ਕੈਪੇਬਲ। ਵਾਈ ਡੂ ਨੀਡ ਕੋਚ? ਕੋਚ ਦਾ ਕੰਮ ਹੁੰਦਾ ਕਿ ਜਿਹੜਾ ਤੁਹਾਡਾ ਫੋਕਸ ਹੈ ਨਾ ਉਹਨੂੰ ਅਲਾਈਨ ਕਰਨਾ, ਜੀ ਤਾਂ ਕਿ ਤੁਹਾਡਾ ਜਿਹੜਾ ਪਾਥ ਆਫ ਸਕਸੈਸ ਹੈ ਉਹ ਈਜ਼ੀ ਹੋ ਜਾਏ। ਅਲਾਈਨ ਕਿੱਦਾਂ ਕਰਨਾ ਹੈ ਕਿ ਆਈ ਹੈਵ ਟੂ ਐਨਾਲਾਈਜ਼ ਮਾਈ ਟੀਮ ਕਿ ਉਹਨਾਂ ਦਾ ਪਲੱਸ ਪੁਆਇੰਟਸ ਕੀ ਹੈਗੇ ਆ ਔਰ ਕਿੱਥੇ ਉਹਨਾਂ ਨੂੰ ਕੁਝ ਹੋਰ ਐਫਰਟਸ ਕਰਨ ਦੀ ਜ਼ਰੂਰਤ ਹੈਗੀ ਹੈ। ਬੜੀ ਇੱਕ ਇੰਪੋਰਟੈਂਟ ਚੀਜ਼ ਹੈਗੀ ਆ, ਦੇਖੋ ਜਦ ਤੱਕ ਤੁਹਾਨੂੰ 5 C's ਆਰ ਵੈਰੀ ਇੰਪੋਰਟੈਂਟ ਜੀ ਟੂ ਐਨਾਲਾਈਜ਼ ਦ ਕਸਟਮਰ, ਉਹਦੇ ਬਗੈਰ ਅਸੀਂ ਅੱਗੇ ਸਟੈਪ ਵਧ ਨਹੀਂ ਸਕਦੇ। 5 C's 5 C's means like, first of all, the customer the credit, ਉਸ ਤੋਂ ਬਾਅਦ ਉਹਦੀ ਕਪੈਸਿਟੀ, ਚਾਹੇ ਉਹ ਪੇਰੋਲ ਤੇ ਹੈ ਜਾਂ ਫਿਰ ਸੈਲਫ ਇੰਪਲੋਇਡ ਹੈ, ਉਹਦੀ ਕਪੈਸਿਟੀ ਕੀ ਹੈ ਐਗਜ਼ੈਕਟਲੀ। ਜੀ ਤੀਸਰੀ ਚੀਜ਼ ਅਸੀਂ ਦੇਖਦੇ ਹਾਂ ਕਿ ਕੈਪੀਟਲ, ਸੋਰਸ ਆਫ ਡਾਊਨ ਪੇਮੈਂਟ, ਜਿਹਦੇ ਵਿੱਚ AML ਐਂਟੀ ਮਨੀ ਲਾਂਡਰਿੰਗ ਬੜਾ ਇੰਪੋਰਟੈਂਟ ਹੈ ਉਹਨੂੰ ਚੈੱਕ ਕਰਨਾ ਕਿ ਡਾਊਨ ਪੇਮੈਂਟ ਦਾ ਸੋਰਸ ਕੀ ਹੈ, ਓਕੇ ਕੋਈ ਇਲੀਗਲ ਸੋਰਸ ਨਾ ਹੋਵੇ। ਅੱਛਾ ਜੀ ਫੋਰਥ ਚੀਜ਼ ਆ ਜਾਂਦੀ ਹੈ ਕਿ ਕੋਲੈਟਰਲ, ਅਸੀਂ ਅੰਡਰਸਟੈਂਡ ਕਰੀਏ ਕਿ ਦਿਸ ਇਜ਼ ਅ ਕੋਂਡੋ ਟਾਊਨ ਹਾਊਸ ਔਰ ओल्ड condominium building, new condominium building, freehold, semi-detached, countryside property, a hobby farm, so many types of collateral. ਇਹਦੇ ਨਾਲ ਫਰਕ ਪੈਂਦਾ? Definitely. ਹਰ ਇੱਕ ਦਾ ਰਿਸਕ ਐਨਾਲਾਈਜ਼ ਡਿਫਰੈਂਟ ਹੈ। ਓਕੇ ਔਰ ਚੌਥੀ ਚੀਜ਼ ਕਰੈਕਟਰ ਤੇ ਆ ਜਾਂਦੀ ਹੈ ਤੁਹਾਡੀ ਬੇਸਿਕਲੀ, ਕਿ ਤੁਹਾਡੀ ਹੈਬਿਟਸ ਕਿੱਦਾਂ ਆ, ਤੁਹਾਡੀ ਪੇਮੈਂਟ ਮਨੀ ਰਿਟਰਨ ਕਰਨ ਦੀਆਂ ਹੈਬਿਟਸ ਜਿਹੜੀਆਂ ਹੁੰਦੀਆਂ ਆ, ਮਤਲਬ ਜਿੱਦਾਂ ਪਲੈਨਿੰਗ ਹਾਂਜੀ ਮੌਰਗੇਜ ਨੂੰ ਲੈ ਕੇ ਹੈਗੀ ਹੈ ਕਿ ਨਹੀਂ? ਬੇਸਿਕਲੀ ਤੁਸੀਂ ਇਹ ਕਹਿ ਸਕਦੇ ਆ ਕਿ ਤੁਹਾਡੀ ਫਾਈਨੈਂਸ਼ੀਅਲ ਹੈਬਿਟਸ, ਇਸ ਬੇਸਿਕਲੀ ਕਰੈਕਟਰ ਇਜ਼ ਫॉर ਫਾਈਨੈਂਸ਼ੀਅਲ ਹੈਬਿਟਸ, ਯੂ ਕੈਨ ਸੇ ਦੈਟ, ਰਾਈਟ? ਕਿਉਂਕਿ ਮੈਂ 2 ਮਹੀਨੇ ਮੌਰਗੇਜ ਦੇਤੀ, 3 ਮਹੀਨੇ ਮੈਂ ਚੱਲ ਕੋਈ ਨਾ। ਸੋ ਹਾਂਜੀ, ਇਹਦੇ ਵਿੱਚ ਇੱਕ ਮੰਨ ਲਓ ਤੁਹਾਡਾ ਕ੍ਰੈਡਿਟ ਕਾਰਡ ਹੈ, ਉਹਦੇ ਵਿੱਚ 10,000 ਬੈਲੈਂਸ ਹੈ, ਤੁਹਾਡੇ TFSA ਅਕਾਊਂਟ ਦੇ ਵਿੱਚ $40,000 ਪਿਆ ਹੋਇਆ ਹੈ, ਔਰ ਤੁਸੀਂ ਉਹ 10,000 ਨੂੰ ਪਿਛਲੇ ਸਾਲ ਤੋਂ ਬੈਲੈਂਸ ਉਹੀ ਰੱਖਿਆ ਹੋਇਆ, ਥੋੜਾ ਜਿਹਾ ਯੂਜ਼ ਕੀਤਾ, ਪੇ ਕਰਤਾ। ਸੋ ਉਹ ਇੰਟੈਲੀਜੈਂਸ ਵੀ ਦੇਖਦੇ ਆ ਐਗਜ਼ੈਕਟਲੀ ਨਾ, ਉਹ ਚੀਜ਼ਾਂ ਦੇਖਣੀਆਂ ਪੈਂਦੀਆਂ ਸੀ। ਵਾਈ ਡੋਂਟ ਯੂ ਪੇ ਦਿਸ, ਵਾਈ ਯੂ ਪੇਇੰਗ 21% ਔਨ ਇਟ, ਠੀਕ ਯਹਾਂ ਪਰ ਸੇਵਿੰਗਸ। ਸੋ ਉਹ ਜਿਹੜੀਆਂ ਟ੍ਰੇਨਿੰਗਸ ਬੜੀ ਇੰਪੋਰਟੈਂਟ ਆ, ਉਹਦੇ ਬੇਸ ਤੇ ਹੀ ਤੁਸੀਂ ਐਨਾਲਾਈਜ਼ ਕਰਦੇ ਆ ਕਿ ਕਸਟਮਰ ਇਜ਼ ਕੁਆਲੀਫਾਈਡ ਔਨ ਦਾ A lending, B lending ਔਰ ਪ੍ਰਾਈਵੇਟ ਸਾਈਡ। ਤੇ ਪ੍ਰਾਈਵੇਟ ਸਾਈਡ ਆ ਜਾਂਦੀ ਹੈ ਤਾਂ ਉਹਦੀ ਐਗਜ਼ਿਟ ਸਟ੍ਰੈਟਜੀ ਕੀ ਹੈਗੀ ਹੈ, ਕਿਉਂਕਿ ਪ੍ਰਾਈਵੇਟ ਮੋਰਗੇजेस ਆਰ ਟੈਂਪਰੇਰੀ ਐਂਡ ਐਕਸਪੈਂਸਿਵ ਸੋਲੂਸ਼ਨ। ਤਾਂ ਉੱਥੋਂ ਅਸੀਂ ਮੈਸ ਤੋਂ ਕੱਢਣਾ ਵੀ ਤਾਂ ਹੈ ਨਾ, ਕਸਟਮਰ ਦੀ ਜਾਨ ਅਸੀਂ ਸੌਖੀ ਕਰਨੀ ਹੈ ਨਾ ਫਾਈਨੈਂਸ਼ਲੀ, ਉਹਦਾ ਕੈਸ਼ ਫਲੋ ਅਸੀਂ ਬੈਟਰ ਕਰਨਾ ਹੈ ਕਿ ਨਹੀਂ ਕਰਨਾ। ਨਾਈਸ ਓਕੇ ਸੋ ਕੋਚ ਤੁਹਾਨੂੰ ਪਾਲਿਸੀਜ਼, ਲੈਂਡਰਸ ਦੀ ਪਾਲਿਸੀਜ਼ ਦੇ ਬਾਰੇ, ਉਹਨਾਂ ਦੇ ਪ੍ਰੋਡਕਟ ਬਾਰੇ, ਰੇਟਸ ਬਾਰੇ, ਬਿਜ਼ਨਸ ਡਿਵੈਲਪਮੈਂਟ ਮੈਨੇਜਰ ਲੈਂਡਰਸ ਦੇ ਹੈਗੇ, ਯੂ ਕੈਨ ਕੰਟੈਕਟ, ਬਟ where to fit this customer and what is the best option for that customer, ਔਰ ਫਿਊਚਰ ਚ ਨੂੰ ਅਸੀਂ ਕਿੱਦਾਂ ਬੈਟਰ ਪੋਜੀਸ਼ਨ ਤੇ ਲੈ ਕੇ ਆ ਸਕਦੇ ਹਾਂ, ਉਸ ਬੇਸ ਤੇ ਫਿਊਚਰ ਦੀ ਐਡਵਾਈਸ ਵੀ ਦੇਣੀ ਇੰਪੋਰਟੈਂਟ ਹੈ। ਜੀ ਤੁਸੀਂ ਕਈ ਵਾਰ ਗਰੀਡ ਦੇ ਵਿੱਚ ਵੀ ਚਲੇ ਜਾਂਦੇ ਆ ਦੂਸਰੇ ਪਾਸੇ, ਕੋਚ ਤੁਹਾਨੂੰ ਐਡਵਾਈਸ ਦਿੰਦਾ ਹੈ ਬੇਸਿਕਲੀ, ਅੱਗ ਨਾਲ ਨਾ ਖੇਲੋ। ਤੁਹਾਡਾ ਲਾਇਸੈਂਸ ਤੁਹਾਡੀ ਸਭ ਤੋਂ ਬੜੀ ਪੂੰਜੀ ਹੈ, ਜੀ ਕਿਉਂ ਅੱਗ ਨਾਲ ਖੇਲ ਰਹੇ ਹੋ? ਉਹ ਕਿਸੇ ਲੈਂਡਰ ਨੇ ਆ ਕੇ ਜਾਂ ਕਿਸੇ ਗੁਆਂਢੀ ਨੇ ਆ ਕੇ ਨਹੀਂ ਤੁਹਾਨੂੰ ਦੱਸ ਦੇਣਾ ਹੈ,
ਉਹ ਕੋਚ ਦੀ ਨਜ਼ਰ 'ਚ ਹੀ ਹੁੰਦੇ ਨੇ, ਉਹਨਾਂ ਦੀ ਇੱਕ ਡੀਲ ਤੁਹਾਡੀ ਮੇਰੀ ਨਜ਼ਰਾਂ 'ਚੋਂ ਨਿਕਲਦੀ ਹੈ, ਮੰਨ ਲਓ। ਜੀ। ਸੋ ਆਈ ਨੋ ਐਗਜ਼ੈਕਟਲੀ। ਸੋ ਮਤਲਬ ਤੁਸੀਂ ਕਹਿ ਰਹੇ ਹੋ ਕਿ ਰੀਅਲ ਲਾਈਫ ਦੇ ਜਿੱਦਾਂ ਆਪਣੇ ਮੈਂਟਰ ਕੰਮ ਕਰਦੇ ਆ, ਸੋ ਮੌਰਗੇਜ ਵਰਲਡ ਦੇ ਵਿੱਚ ਵੀ ਮੈਂਟਰਸ਼ਿਪ ਹੋਣੀ ਬਹੁਤ ਜ਼ਿਆਦਾ ਬਹੁਤ ਜ਼ਰੂਰੀ ਹੈ। ਜੀ। ਸਭ ਤੋਂ ਬੜੀ ਪ੍ਰੋਬਲਮ ਇੱਕ ਆ ਜਾਂਦੀ ਜਦੋਂ ਤੁਹਾਨੂੰ ਥੋੜ੍ਹੀ ਜਿਹੀ ਸਕਸੈਸ ਮਿਲਦੀ ਹੈ, ਤੁਹਾਡੀ ਈਗੋ 7ਵੇਂ ਅਸਮਾਨ 'ਤੇ ਹੁੰਦੀ ਹੈ। ਕਿਉਂਕਿ ਇਸ ਮਹੀਨੇ 10,000 ਬਣ ਗਏ, 5 ਫਿਗਰ ਇਨਕਮ, ਵਾਓ, ਫਸਟ ਟਾਈਮ ਬਣਦੀ, ਕਿਉਂ ਨਹੀਂ ਖੁਸ਼ੀ ਮਨਾਓ, ਆਫ ਕੋਰਸ ਸੈਲੀਬ੍ਰੇਟ ਕਰੋ। ਪਰ ਨਾਲ ਦੀ ਨਾਲ ਇੱਕ ਪਰਸਨਲ ਗਰੋਥ ਦੇ ਨਾਲ ਇੱਕ ਉਹਨੂੰ ਸਟਲ ਵੀ ਰਹੋ ਉਸ ਚੀਜ਼ ਦੇ ਨਾਲ। ਇੱਥੇ ਆਈ ਥਿੰਕ ਸਾਡਾ 5th ਪੁਆਇੰਟ ਆਉਂਦਾ ਹੈ ਕਿ ਬੈਲੈਂਸ ਕਿੱਦਾਂ। ਬੈਲੈਂਸ ਲਾਈਫ ਕਿੱਦਾਂ ਕਰਨੀ। ਜੀ। ਤੁਸੀਂ ਪੁਆਇੰਟ ਉਹੀ ਹੈ। ਹੁਣ ਮੈਂ ਇੱਕ ਐਗਜ਼ਾਮਪਲ ਦੇਣਾ, ਮੈਂ ਆਪਣੀ ਲਾਈਫ ਦਾ ਐਗਜ਼ਾਮਪਲ ਦੇਣਾ। ਜਦੋਂ ਮੈਂ ਮੋਰਗੇਜ ਇੰਡਸਟਰੀ 'ਚ ਆਇਆ ਔਰ ਜਦੋਂ ਬਿਜ਼ਨਸ ਵਾਜ਼ on the peak, my working hours was sometimes 16 hours, sometimes 18 hours I work in a day. ਪਰ ਉਹਦੇ ਵਿੱਚ ਕੀ ਸੀਗਾ ਕਿ my family was supporting me and they were very understanding. So communication ਵੀ ਬਹੁਤ ਜ਼ਰੂਰੀ ਹੈ। ਜਦੋਂ ਤੁਸੀਂ ਸਰਵਿਸ ਇੰਡਸਟਰੀ 'ਚ ਬਿਜ਼ਨਸ ਫॉर ਸੈਲਫ ਹੋ ਜਾਂਦੇ ਆ ਨਾ, ਉਹਦੇ ਵਿੱਚ ਖਾਸ ਤੌਰ 'ਤੇ ਜਦੋਂ ਚਾਹੇ ਤੁਸੀਂ ਪੇਰੈਂਟਸ ਨਾਲ ਰਹਿ ਰਹੇ ਹੋ, ਚਾਹੇ ਤੁਸੀਂ ਮੈਰਿਡ ਹੈਗੇ ਆ, ਬੱਚੇ ਬੜੇ ਆ ਛੋਟੇ ਆ, ਯੂ ਹੈਵ ਟੂ ਬੈਲੈਂਸ ਯੂਰ ਟਾਈਮ। ਹਰੇਕ ਨੂੰ ਟਾਈਮ ਦੀ ਜ਼ਰੂਰਤ ਆ, ਤੁਹਾਡੀ ਕੁਛ ਰਿਸਪੌਂਸਿਬਿਲਿਟੀਜ਼ ਵੀ ਹੈਗੀਆਂ ਆ ਜੀ ਘਰ ਦੇ ਲਈ। ਸੋ ਉਹ ਵੀ ਆਈ ਟ੍ਰੇਨ them how to manage those things. ਇੱਕ ਹੈਲਦੀ ਕਮਿਊਨੀਕੇਸ਼ਨ ਲੈਵਲ ਜਿੱਦਾਂ ਤੁਸੀਂ ਕਸਟਮਰ ਨਾਲ ਕਰਦੇ ਆ ਨਾ, ਉੱਦਾਂ ਹੀ ਸਾਨੂੰ ਫੈਮਿਲੀ ਦੇ ਨਾਲ ਵੀ ਕਰਨਾ ਚਾਹੀਦਾ ਹੈ। ਸਾਡੀਆਂ ਰਿਸਪੌਂਸਿਬਿਲਿਟੀਜ਼ ਦੋਨੋਂ ਪਾਸੇ। ਅਸੀਂ ਤੇ ਕੀ ਕਹਿ ਰਹੇ ਨੇ ਕਿ ਲੈਂਡਰ ਦੀ ਈਮੇਲ ਆਈ ਹੈ, ਅਸੀਂ ਰਾਈਟ ਅਵੇ ਅਸੀਂ ਆਨਸਰ ਕਰਨੀ ਹੈ। ਪਰ ਉਸ ਸਪੀਡ ਦੇ ਨਾਲ ਅਗਰ ਸਾਡੇ ਘਰੋਂ ਵੀ ਕੋਈ ਫੋਨ ਹੁੰਦਾ ਹੈ, ਅਸੀਂ ਉਹਨੂੰ ਵੀ ਬੈਲੈਂਸ ਬਿਨਾਂ ਆਨਸਰ ਕਰੀਏ। ਸੋ ਸਾਡੀ ਰਿਸਪੌਂਸਿਬਿਲਿਟੀਜ਼ ਜਿਹੜੀਆਂ ਘਰ ਦੇ ਪ੍ਰਤੀ, ਬੱਚਿਆਂ ਦੇ ਪ੍ਰਤੀ ਹੈਗੀਆਂ ਆ, ਆਪਣੇ ਪ੍ਰਤੀ ਰਿਸਪੌਂਸਿਬਿਲਿਟੀਜ਼ ਅਸੀਂ ਹਮੇਸ਼ਾ ਭੁੱਲ ਜਾਂਦੇ ਹਾਂ। ਜੀ। ਬੈਲੈਂਸ ਕਿੱਦਾਂ ਕਰਨਾ ਹੈ? ਸੋ 5 ਚੀਜ਼ਾਂ ਹੋ ਗਈਆਂ। ਤੁਸੀਂ ਸਟਾਰਟਿੰਗ ਤੋਂ ਲੈ ਕੇ ਹੁਣ ਤੱਕ ਆਪਣੇ ਆਪ ਨੂੰ ਪ੍ਰਿਪੇਅਰ ਕਿੱਦਾਂ ਕਰਨਾ ਤੁਸੀਂ ਮੋਰਗੇਜ ਏਜੰਟ ਵਾਸਤੇ। ਗੈਟਿੰਗ ਅ ਲਾਇਸੈਂਸ ਐਂਡ ਜੁਆਇਨਿੰਗ ਬ੍ਰੋਕਰੇਜ ਉਹ ਇਨਫ ਨਹੀਂ ਹੈਗਾ, ਇੱਕ ਪ੍ਰਿਪਰੇਸ਼ਨ ਹੈ। ਅੱਛੀ ਕੋਈ ਵੀ ਤੁਸੀਂ ਕੋਈ ਚੰਗੀ ਡਿਸ਼ ਬਣਾਉਣੇ ਆ, ਉਹਦੇ ਵਾਸਤੇ ਤੁਹਾਨੂੰ ਇੰਗਰੀਡੀਅੰਟਸ ਦੀ ਲੋੜ ਪੈਂਦੀ, ਔਰ ਇੰਗਰੀਡੀਅੰਟਸ ਕਿਹੜਾ ਕਦੋਂ ਪਾਉਣਾ ਆ ਔਰ ਕਿੰਨੀ ਮਾਤਰਾ 'ਚ ਪਾਉਣਾ ਆ, ਔਰ ਕਿੰਨਾ ਕਿਸੇ ਨੂੰ ਕਿੰਨਾ ਉਹਨੂੰ ਹੀਟ 'ਤੇ ਰੱਖਣਾ ਹੈ, ਕਿੰਨੀ ਹੀਟ ਲੈਵਲ 'ਤੇ ਰੱਖਣਾ ਹੈ। ਹੁਣ ਤੁਸੀਂ ਕੁੱਕ ਕਰਦੇ ਆ, ਧਿਆਨ ਰੱਖਦੇ ਕਿ ਨਹੀਂ? ਜੀ ਯੈਸ ਡੈਫੀਨੇਟਲੀ। ਸੋ ਸੇਮ ਚੀਜ਼ਾਂ ਬੜੀਆਂ ਬੇਸਿਕਸ ਹੈਗੀਆਂ ਆ। ਸੋ ਆਪਣੇ ਆਪ ਨੂੰ ਪ੍ਰਿਪੇਅਰ ਕਰੋ, ਫਿਰ ਇੰਡਸਟਰੀ 'ਚ ਆਓ, ਔਰ ਫਿਰ ਤੁਹਾਨੂੰ ਸਕਸੈਸ ਹੋਣ ਤੋਂ ਕੋਈ ਰੋਕ ਨਹੀਂ ਸਕਦਾ। ਜੀ। ਔਰ ਅਗਰ ਸਕਸੈਸਫੁਲ ਬਣਨਾ, ਇਹ ਚੀਜ਼ਾਂ ਦੀ ਲੋੜ ਪੈਣੀ ਹੀ ਹੈ। ਨਹੀਂ ਤਾਂ ਫਿਰ ਸਿੰਪਲ ਤਰੀਕਾ ਲਾਇਸੈਂਸ ਲਓ, ਫਿਰ ਧੱਕੇ ਖਾਓ। ਧੱਕੇ ਨਹੀਂ, ਬੇਸਿਕਲੀ ਮੇਰਾ ਹੈਗਾ ਕਿ ਮੈਂ ਤੁਹਾਡੀ ਸਟਰਗਲ ਕਿੱਦਾਂ ਘਟਾਵਾਂ। ਜੀ। ਹੁਣ ਲਾਇਸੈਂਸ ਲੈ ਕੇ ਕੀ ਹੁੰਦਾ ਕਿ ਐਕਸਪੈਕਟੇਸ਼ਨਸ ਤੁਹਾਡੀਆਂ ਬਹੁਤ ਵੱਧ ਜਾਂਦੀਆਂ, ਆਪਾਂ ਓਵਰਵਨ ਹੋ ਜਾਂਦੇ ਆ ਬਹੁਤ ਜ਼ਿਆਦਾ, ਜੀ ਰਾਈਟ। ਫਿਰ ਜਦੋਂ ਕਲੈਰਿਟੀ ਆਉਂਦੀ ਆ ਤੁਹਾਨੂੰ, ਮਤਲਬ ਤੁਸੀਂ ਦੇਖਦੇ ਆ ਜੀ, ਮੇਰਾ ਸਗਾ ਭਰਾ ਉਹਨੇ ਮੇਰੇ ਤੋਂ ਮੋਰਗੇਜ ਨਹੀਂ ਲਈ, ਉਹਨੂੰ ਬੈਸਟ ਰੇਟ ਮਿਲ ਗਿਆ, ਕਿਤੇ ਉੱਧਰ ਚਲਾ ਗਿਆ। ਪਰ ਤੁਸੀਂ ਇਹ ਦੇਖਿਆ ਕਿ ਬੈਸਟ ਰੇਟਸ ਕਈ ਵਾਰ ਸਾਡੇ ਕੋਲ ਬ੍ਰੋਕਰ ਸਾਈਡ ਤੇ ਨਹੀਂ ਹੁੰਦੇ। ਬੈਕ ਤੇ ਮੋਰਗੇਜ ਸਪੈਸ਼ਲਿਸਟ ਕੋ ਹੈਗੀ ਹੈ, ਦੈਟਸ देयर ਪ੍ਰੋਡਕਟਸ। ਜੀ। ਉਹ ਐਕਸੈਪਟੈਂਸ ਕੌਣ ਲੈ ਕੇ ਆਏਗਾ ਤੁਹਾਡੇ ਵਿੱਚ? ਤੇ ਉਹ ਗੱਲ ਨੂੰ ਸਮਝਾਉਣਾ ਵੀ। ਹਾਂ, ਤੁਸੀਂ ਆਪਣੇ ਭਰਾ ਨਾਲ ਨਾਰਾਜ਼ ਹੋ ਕੇ ਬੈਠੇ ਆ, ਇਹ ਵੀ ਇੱਕ ਇਮੋਸ਼ਨਲ ਇੰਟੈਲੀਜੈਂਸ ਹੈ ਕਿ ਰਿਜੈਕਸ਼ਨ ਨੂੰ ਕਿੱਦਾਂ ਐਕਸੈਪਟ ਕਰਨਾ ਹੈ। देयर आर ਟਨਸ ਆਫ ਥਿੰਗਸ, ਜੀ ਜੀ ਟਨਸ ਆਫ ਥਿੰਗਸ ਟੂ ਲਰਨ। ਜੀ। ਇਸ ਲਈ ਮੈਂ ਕਹਿੰਦੀ ਹਾਂ ਕਿ ਇੱਕ ਵਾਰ ਤੁਹਾਡੀ ਟੀਮ ਜੁਆਇਨ ਕਰਨਗੇ ਨਾ ਸਾਰੇ ਜਾਣੇ, ਉਹਨਾਂ ਨੂੰ ਪਤਾ ਲੱਗੇਗਾ ਕਿ ਕਿੱਦਾਂ ਤੁਸੀਂ ਆਪਣੀ ਟੀਮ ਦਾ ਧਿਆਨ ਰੱਖਦੇ ਹੋ। ਅਸੀਂ ਆਫਿਸ 'ਚ ਤੁਹਾਡੇ ਨਾਲ ਆ, ਸੋ ਵੀ ਸੀ ਇਟ ਐਂਡ ਦ ਵੇ ਯੂ ਕੋਚ them, the way you balance their things, it's amazing. ਬਾਕੀ ਤੁਹਾਡੇ ਨਾਲ ਹਮੇਸ਼ਾ ਗੱਲ ਕਰਕੇ ਚੰਗਾ ਲੱਗਦਾ ਹੈ, ਬਹੁਤ ਸਾਰੇ ਚੰਗੇ ਟੌਪਿਕਸ ਹੁੰਦੇ ਆ। ਸੋ ਮੈਨੂੰ ਵੀ ਜੋ ਐਕਸਪੀਰੀਅੰਸ ਮੈਂ ਲਿਆ ਇੰਨੇ ਸਾਲਾਂ ਤੋਂ, ਜੀ, ਔਰ ਉਹ ਹੌਲੀ ਹੌਲੀ ਹੁਣ ਮਲਟੀਪਲਾਈ ਹੋ ਜਾਂਦਾ ਹੈ, ਕਿਉਂਕਿ ਟੀਮ ਵਧੀ ਜਾਂਦੀ ਹੈ, ਔਰ ਬਹੁਤ ਸਾਰੇ ਵਾਈਜ਼ ਲੋਕ ਜਿਹੜੇ ਟੀਮ 'ਚ ਆਉਂਦੇ ਆ, ਮੈਂ ਵੀ ਉਹਨਾਂ ਤੋਂ ਕੁਛ ਸਿੱਖ ਰਿਹਾ ਹਾਂ, ਰਾਈਟ। ਸੋ ਇਟਸ ਅਮੇਜ਼ਿੰਗ ਲਰਨਿੰਗ, ਔਰ ਜਰਨੀ ਇਜ਼ ਅਮੇਜ਼ਿੰਗ।
ਸੋ ਇਦਾਂ ਹੀ ਲਾਈਫ ਐਂਡ ਲੋਨਸ ਨੂੰ ਸਪੋਰਟ ਕਰੀ ਜਾਓ ਕਿ ਜ਼ਿੰਦਗੀ ਦੇ ਵਿੱਚ ਬੋਝ ਕਈ ਤਰੀਕਾਂ ਦੇ ਹੁੰਦੇ ਆ, ਜਿਨ੍ਹਾਂ ਵਿੱਚੋਂ ਇੱਕ ਫਾਈਨੈਂਸ਼ੀਅਲ ਬੋਝ ਹੈ। ਉਹਨੂੰ ਤੁਸੀਂ ਕਿੱਦਾਂ ਮੇਨਟੇਨ ਰੱਖਣਾ ਆ। ਆਮ ਦਾ ਕੋਚ ਹੈ। ਥੈਂਕ ਯੂ ਸੋ ਮਚ ਥੈਂਕ ਯੂ ਜੀ। for your time. So everyone, ਹੁਣ ਲੈਂਦੇ ਹਾਂ ਇਜਾਜ਼ਤ ਸਾਰਿਆਂ ਤੋਂ। Stay tuned for the next episode ਤੇ ਸਾਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ। Thank you so much.